ਹੈਲੋ ਐਵਰੀਬਾਡੀ, ਸਤਿ ਸ਼੍ਰੀ ਅਕਾਲ, ਨਮਸਕਾਰ। ਹੋਪ ਸਾਰੇ ਠੀਕ ਠਾਕ ਹੋ। ਲੋਕਡਾਊਨ ਦੇ ਵਿੱਚ ਪੜ੍ਹਾਈ ਕਰ ਰਹੇ ਹੋ। ਤੁਸੀਂ ਸਾਰਿਆਂ ਨੇ ਐਂਬੈਸਡਰਸ ਆਫ ਹੋਪ ਦੇ ਵਿੱਚ ਵੀ ਬਹੁਤ ਵਧੀਆ ਸਹਿਯੋਗ ਕੀਤਾ। ਤੁਸੀਂ ਸਾਰਿਆਂ ਨੇ ਪਾਰਟਿਸਿਪੇਟ ਕੀਤਾ। ਇੰਨੇ ਸੋਹਣੀਆਂ ਵੀਡੀਓਜ਼ ਤੁਸੀਂ ਸਾਰਿਆਂ ਨੇ ਪਾਏ। ਬਹੁਤ ਖੁਸ਼ੀ ਹੋਈ ਦੇਖ ਕੇ ਕਿ ਪੰਜਾਬ ਦੇ ਵਿਰਸੇ ਦੀ ਗੱਲ ਹੋਈ, ਪੰਜਾਬ ਦੇ ਇਤਿਹਾਸ ਦੀ ਗੱਲ ਹੋਈ। ਪੰਜਾਬ ਦੇ ਬੱਚਿਆਂ ਨੇ ਆਪਣੇ ਹੁਨਰ ਨੂੰ ਸਾਡੇ ਸਾਹਮਣੇ ਰੱਖਿਆ। ਆਪਣੇ ਬੱਚਿਆਂ ਨੇ ਆਪਣੇ 1,06,000 ਵੀਡੀਓਜ਼ ਬਣਾ ਕੇ ਅਪਲੋਡ ਕੀਤੇ। ਪੇਰੈਂਟਸ ਨੇ ਪਾਰਟਿਸਿਪੇਟ ਕੀਤਾ, ਟੀਚਰਸ ਨੇ ਪਾਰਟਿਸਿਪੇਟ ਕੀਤਾ। ਸਾਰੇ ਲੋਕ ਇਸ ਕਰੋਨਾ ਦੀ ਮਹਾਮਾਰੀ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਇਸ ਗੱਲ 'ਚ ਇਨਵੋਲਵ ਹੋ ਗਏ। ਬੜੀ ਖੁਸ਼ੀ ਹੋਈ ਇੰਨੇ ਸੋਹਣੇ ਵੀਡੀਓਜ਼ ਦੇਖ ਕੇ। ਔਰ ਮੈਨੂੰ ਪਤਾ ਹੈ ਅੱਜ ਆਪਾਂ ਹੋਰ ਕਿਸੇ ਗੱਲ ਵਾਸਤੇ ਇਕੱਠੇ ਹੋਏ ਹਾਂ। ਤੁਹਾਨੂੰ ਸਾਰਿਆਂ ਨੂੰ ਕੱਲ ਮੈਂ ਫੇਸਬੁੱਕ ਲਾਈਵ ਵਾਸਤੇ ਸੁਨੇਹਾ ਦਿੱਤਾ। ਤੁਸੀਂ ਸਾਰੇ ਅੱਜ ਇੰਨੀ ਵੱਡੀ ਗਿਣਤੀ ਵਿੱਚ ਜੁੜੇ ਹੋ। ਤੁਸੀਂ ਇੰਨੇ ਵੱਡੀ ਗਿਣਤੀ ਵਿੱਚ ਸਵਾਲ ਭੇਜੇ ਹੈ। ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ, ਸਵਾਗਤ ਕਰਦਾ ਹਾਂ। ਕੋਸ਼ਿਸ਼ ਕਰਾਂਗਾ ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਅੱਜ ਦੇ ਸਕਾਂ। ਆਉਣ ਵਾਲੇ ਸਮੇਂ 'ਚ ਆਪਣੇ ਈਮੇਲ ਦੇ ਰਾਹੀਂ ਦੇ ਸਕਾਂ। ਜਿੰਨੇ ਕੁ ਵੀ ਅੱਜ ਦੇ ਸਕਾਂਗਾ ਅੱਜ ਵੀ ਦੇਵਾਂਗਾ। ਔਰ ਮੇਰੇ ਮਨ ਦੇ ਵਿੱਚ ਅੱਜ 2-3 ਗੱਲਾਂ ਤੁਹਾਡੇ ਨਾਲ ਸਾਂਝ ਕਰਨੀਆਂ। ਓਪਨਿੰਗ ਰਿਮਾਰਕਸ ਮੈਂ ਅੰਗਰੇਜ਼ੀ ਵਿੱਚ ਵੀ ਗੱਲ ਕਰਾਂਗਾ ਅਤੇ ਪੰਜਾਬੀ 'ਚ ਵੀ ਗੱਲ ਕਰਾਂਗਾ। ਔਰ ਇਸ ਤੋਂ ਇਲਾਵਾ ਫਿਰ ਮੈਂ ਤੁਹਾਡੇ ਸਾਰਿਆਂ ਦੇ ਸਵਾਲ ਲਵਾਂਗਾ ਅਤੇ ਔਰ ਸਵਾਲ ਲੈਣ ਤੋਂ ਬਾਅਦ ਜਿਹੜੇ ਕੋਈ ਗੱਲਾਂ ਰਹਿ ਜਾਣਗੀਆਂ ਆਪਾਂ ਫਿਰ ਉਹਨੂੰ ਬਾਅਦ 'ਚ ਕਰਾਂਗੇ। ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਕਰੋਨਾ ਦੀ ਮਹਾਮਾਰੀ ਕਰਕੇ ਆਪਾਂ ਸਾਰਿਆਂ ਨੇ ਆਪਣੇ ਹੱਥਾਂ ਨੂੰ ਸਾਫ਼ ਰੱਖਣ ਵਾਲਾ ਉਪਰਾਲਾ ਕੀਤਾ। ਮਾਸਕ ਪਾ ਕੇ ਰੱਖੇ, ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਰੱਖਿਆ। ਆਪਣੇ ਆਪ ਨੂੰ ਲੋਕਡਾਊਨ ਦੇ ਵਿੱਚ ਆਪਾਂ ਸਾਰਿਆਂ ਨੇ ਆਪਣੇ ਘਰਾਂ ਵਿੱਚ ਰੱਖਿਆ। ਆਪਣੇ ਮਾਤਾ ਪਿਤਾ ਦੀ ਸੇਵਾ ਕੀਤੀ, ਉਹਨਾਂ ਦਾ ਖਿਆਲ ਕੀਤਾ। ਇਹ ਸਾਰੀਆਂ ਗੱਲਾਂ ਕੀਤੀਆਂ। ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਜੋ ਹਦਾਇਤ ਸੀ, ਸਰਕਾਰ ਦੀ ਹਦਾਇਤ ਸੀ, ਉਹਨੂੰ ਤੁਸੀਂ ਸਾਰਿਆਂ ਨੇ ਮੰਨਿਆ। ਤਾਂ ਹੀ ਆਪਾਂ ਹਲੇ ਤੱਕ ਕਰੋਨਾ ਦੀ ਮਹਾਮਾਰੀ ਨੂੰ ਰੋਕ ਸਕੇ ਹਾਂ। ਔਰ ਹਲੇ ਮੁੱਕਿਆ ਨਹੀਂ। ਆਪਾਂ ਨੂੰ ਹਲੇ ਹੋਰ ਵੀ ਇਸ ਦੇ ਉੱਪਰ ਇਸੇ ਤਰੀਕੇ ਨਾਲ ਆਪਣੇ ਆਪ ਨੂੰ ਬਲਕਿ ਹੋਰ ਕੇਅਰਫੁਲ ਰਹਿ ਕੇ ਸਾਨੂੰ ਆਪਣੇ ਆਪ ਨੂੰ ਕੰਡਕਟ ਕਰਨਾ ਪਊਗਾ ਤਾਂ ਕਿ ਅਸੀਂ ਇਸ ਕਰੋਨਾ ਦੀ ਮਹਾਮਾਰੀ ਦੇ ਲੱਕ ਨੂੰ ਪੂਰੇ ਤਰੀਕੇ ਨਾਲ ਤੋੜ ਸਕੀਏ। ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਪਾਂ ਪੰਜਾਬ ਦੇ ਲੋਕ ਹਮੇਸ਼ਾ ਸਟਾਲਵਰਟਸ ਹੁੰਦੇ ਹਾਂ। ਹਰ ਲੜਾਈ ਦੇ ਵਿੱਚ ਵੱਡਾ ਯੋਗਦਾਨ ਵੀ ਪਾਉਂਦੇ ਹਾਂ ਔਰ ਆਪਾਂ ਹਰ ਲੜਾਈ ਨੂੰ ਜਿੱਤ ਕੇ ਵਾਪਸ ਆਉਂਦੇ ਹਾਂ। ਅਤੇ ਇਸ ਵਾਰ ਵੀ ਜਿਸ ਤਰ੍ਹਾਂ ਸਾਰੇ ਪੰਜਾਬ ਨੇ ਹੁਣ ਤੱਕ ਸਾਥ ਦਿੱਤਾ ਹੈ ਸਰਕਾਰ ਦਾ, ਉਸੇ ਤਰੀਕੇ ਨਾਲ ਤੁਸੀਂ ਸਾਥ ਦਿਓਗੇ ਤਾਂ ਕਿ ਆਪਾਂ ਇਸ ਕਰੋਨਾ ਦੀ ਮਹਾਮਾਰੀ 'ਚੋਂ ਬਾਹਰ ਨਿਕਲ ਸਕੀਏ। ਇਸ ਤੋਂ ਇਲਾਵਾ ਦੂਜੀ ਗੱਲ ਜਿਹੜੀ ਆਪਾਂ ਅੱਜ ਕਰਨ ਜਾ ਰਹੇ ਹਾਂ ਉਹ ਸਿੱਖਿਆ ਵਿਭਾਗ ਨਾਲ ਜੁੜੀ ਗੱਲ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਇਹ ਕਰੋਨਾ ਮਹਾਮਾਰੀ ਦੀ ਗੱਲ ਆਈ ਅਤੇ ਲੋਕਡਾਊਨ ਦੇਸ਼ ਦੇ ਵਿੱਚ ਆਇਆ, ਸਿੱਖਿਆ ਵਿਭਾਗ ਨੇ 23 ਮਾਰਚ ਨੂੰ ਆਰਡਰ ਕੱਢਿਆ ਔਰ ਉਹਦੇ ਵਿੱਚ ਇੱਕੋ ਗੱਲ ਕਹੀ ਸੀ ਕਿ ਅਸੀਂ ਬੱਚਿਆਂ ਦੇ ਪ੍ਰਾਈਵੇਟ ਸਕੂਲਾਂ ਦੀ ਫੀਸ ਨੂੰ ਡੈਫਰ ਕਰ ਰਹੇ ਹਾਂ। ਕਿਉਂਕਿ ਉਸ ਦਿਨ ਲੋਕਡਾਊਨ ਸਿਰਫ 21 ਦਿਨ ਲਈ ਲੱਗਿਆ ਸੀ ਅਤੇ ਕਿਸੇ ਨੇ ਸਮਝਿਆ ਨਹੀਂ ਸੀ ਕਿ ਇੰਨਾ ਲੰਬਾ ਲੋਕਡਾਊਨ ਚੱਲ ਜਾਊਗਾ ਜਾਂ ਕਰੋਨਾ ਦੀ ਮਹਾਮਾਰੀ ਸਾਡੇ ਪੰਜਾਬ ਵਿੱਚ ਸਾਨੂੰ ਲੋਕਾਂ ਨੂੰ ਇੰਨੇ ਦਿਨ ਘਰਾਂ ਦੇ ਵਿੱਚ ਰਹਿਣ ਵਾਸਤੇ ਮਜਬੂਰ ਕਰ ਦੇਊਗੀ। ਦੂਜੇ ਪਾਸੇ ਬੱਚਿਆਂ ਦੀ ਪੜ੍ਹਾਈ ਵੀ ਇੰਪੋਰਟੈਂਟ ਹੈ, ਬੱਚਿਆਂ ਦਾ ਹਰ ਸਾਲ ਵੀ ਇੰਪੋਰਟੈਂਟ ਹੁੰਦਾ ਹੈ। ਇਸ ਕਰਕੇ ਪਿਛਲੇ 3-4 ਦਿਨ ਪਹਿਲਾਂ ਅਸੀਂ ਇੱਕ ਹੋਰ ਆਰਡਰ ਕੱਢਿਆ ਜਿਸ 'ਚ ਅਸੀਂ ਟਿਊਸ਼ਨ ਫੀਸ ਜਿਹੜੇ ਕਿ ਸਕੂਲ, ਪ੍ਰਾਈਵੇਟ ਸਕੂਲ ਆਨਲਾਈਨ ਕਲਾਸਿਸ ਬੱਚਿਆਂ ਨੂੰ ਦੇ ਰਹੇ ਹੈ, ਉਹ ਸਕੂਲ ਆਪਣੇ ਆਨਲਾਈਨ ਕਲਾਸਿਸ ਦੇ ਤਹਿਤ ਟਿਊਸ਼ਨ ਫੀਸ ਚਾਰਜ ਕਰ ਸਕਦੇ हैं। ਜਦੋਂ ਅਸੀਂ ਟਿਊਸ਼ਨ ਫੀਸ ਕਹਿੰਦੇ ਹਾਂ ਉਹਦਾ ਮਤਲਬ ਹੁੰਦਾ ਕਿ ਨਾ ਤਾਂ ਕੋਈ ਟਰਾਂਸਪੋਰਟੇਸ਼ਨ ਚਾਰजेस ਹੋਣਗੇ, ਨਾ ਕੋਈ ਐਡਮਿਸ਼ਨ ਚਾਰजेस ਹੋਣਗੇ, ਨਾ ਕੋਈ ਬੱਚਿਆਂ ਨੂੰ ਯੂਨੀਫਾਰਮ ਆਪਣੇ ਸਕੂਲ ਦੀ ਟੱਕ ਸ਼ਾਪ ਤੋਂ ਲੈਣ ਵਾਸਤੇ ਮਜਬੂਰ ਕਰੂਗਾ, ਨਾ ਕੋਈ ਆਪਣੀ ਯੂਨੀਫਾਰਮ ਨੂੰ ਅਗਲੇ 2 ਸਾਲ ਲਈ ਬਦਲਣ ਦੀ ਗੱਲ ਕਰੂਗਾ, ਨਾ ਕੋਈ ਬੁੱਕਸ ਆਪਣੀ ਦੁਕਾਨ ਤੋਂ, ਸਕੂਲ ਦੀ ਦੁਕਾਨ ਤੋਂ ਲੈਣ ਵਾਸਤੇ ਮਜਬੂਰ ਕਰੂਗਾ। ਇਹ ਆਰਡਰ ਅਸੀਂ ਪਹਿਲਾਂ ਵੀ ਕੱਢਿਆ ਹੈ। ਇਹੀ ਹੈ ਕਿ ਤੁਸੀਂ ਆਪਣੀ ਵੈਬਸਾਈਟ ਦੇ ਉੱਪਰ ਬੱਚਿਆਂ ਦੀਆਂ ਡਰੈਸਿਸ ਵਾਸਤੇ ਕੋਡ ਪਾਓਗੇ ਔਰ ਤੁਸੀਂ ਬੱਚਿਆਂ ਨੂੰ ਜਿਹੜੀਆਂ ਕਿਤਾਬਾਂ ਦੀ ਲੋੜ ਹੈ ਉਹ ਕਿਤਾਬਾਂ ਜਿਹੜੀਆਂ ਲੱਗਣੀਆਂ ਉਹਨੂੰ ਤੁਸੀਂ ਆਨਲਾਈਨ ਆਪਣੇ ਕੋਲ ਸ਼ੋਅ ਕਰੋਗੇ ਤਾਂ ਕਿ ਬੱਚੇ ਜਿੱਥੋਂ ਸਸਤੀਆਂ ਮਿਲਦੀਆਂ ਉੱਥੋਂ ਉਹ ਕਿਤਾਬਾਂ ਬਾਏ ਕਰ ਸਕਣ। ਔਰ ਇਸ ਦੇ ਨਾਲ ਅਸੀਂ ਆਪਣੇ ਟੀਚਰਸ ਵਾਸਤੇ ਔਰ ख़ास तौर ਤੇ ਨੌਨ ਟੀਚਿੰਗ ਸਟਾਫ ਵਾਸਤੇ ਵੀ ਸਰਕਾਰ ਨੇ ਹਦਾਇਤ ਕੀਤੀ ਹੈ ਕਿ ਨਾ ਤਾਂ ਉਹਨਾਂ ਨੂੰ ਬਾਹਰ ਕੱਢਿਆ ਜਾਊਗਾ ਔਰ ਨਾ ਹੀ ਉਹਨਾਂ ਦੀ ਸੈਲਰੀਜ਼ ਦੇ ਵਿੱਚ ਕੋਈ ਕੱਟ ਕੀਤਾ ਜਾਊਗਾ। ਔਰ ਹਾਈ ਕੋਰਟ ਦੀ ਡਾਇਰੈਕਸ਼ਨ ਵੀ ਆਈ, ਦਿੱਲੀ ਹਾਈ ਕੋਰਟ ਦੀ, ਉਹਨਾਂ ਨੇ ਵੀ ਫੀਸ ਸਟਰਕਚਰ ਨੂੰ ਲੈ ਕੇ ਆਪਣੀ ਡਾਇਰੈਕਸ਼ਨ ਦਿੱਤੀ। ਤਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੇ ਇਹ ਆਰਡਰ ਕੱਢਿਆ ਔਰ ਪੇਰੈਂਟਸ ਨੂੰ ਇਹ ਵੀ ਕਿਹਾ ਕਿ ਅਗਰ ਤੁਸੀਂ ਫੀਲ ਕਰਦੇ ਹੋ ਕਿ ਤੁਸੀਂ ਮਹੀਨੇ ਵਾਈਜ਼ ਮਹੀਨਾ ਫੀਸ ਦੇ ਸਕਦੇ ਹੋ ਤਾਂ ਮੰਥਲੀ ਫੀਸ ਦੇ ਦਿਓ।
ਜੇ ਤੁਸੀਂ 2 ਮਹੀਨਿਆਂ ਬਾਅਦ ਫੀਸ ਦੇਣਾ ਕੰਫਰਟੇਬਲ ਸਮਝਦੇ ਹੋ ਤਾਂ 2 ਮਹੀਨੇ ਬਾਅਦ ਦੇ ਦਿਓ, ਔਰ ਜੇ ਤੁਸੀਂ 3 ਮਹੀਨੇ ਬਾਅਦ ਦੇਣਾ ਸਮਝਦੇ ਹੋ ਤਾਂ 3 ਮਹੀਨਿਆਂ ਬਾਅਦ ਦੇ ਦਿਓ। ਕਿਉਂਕਿ ਸਾਨੂੰ ਸਭ ਨੂੰ ਪਤਾ ਹੈ ਕਿ ਜਿਹੜੇ ਪ੍ਰਾਈਵੇਟ ਸਕੂਲਸ ਦੇ ਓਨਰਸ ਹੈ ਜਾਂ ਮੈਨੇਜਮੈਂਟਸ ਹੈ, ਉਹਨਾਂ ਦਾ ਆਪਣਾ ਇੱਕ ਨਿੱਜੀ ਰਿਸ਼ਤਾ ਬੱਚੇ ਨਾਲ ਵੀ ਹੁੰਦਾ ਹੈ, ਔਰ ਉਹਨਾਂ ਦਾ ਇੱਕ ਨਿੱਜੀ ਰਿਸ਼ਤਾ ਪੇਰੈਂਟਸ ਤੇ ਉਹਨਾਂ ਦੀਆਂ ਫੈਮਲੀਜ਼ ਦੇ ਨਾਲ ਵੀ ਹੁੰਦੀ ਹੈ। ਸੋ ਇਹ ਤਿੰਨੋਂ ਲੋਕਾਂ ਦਾ ਆਪਣਾ ਇੱਕ ਨਿੱਜੀ ਕਨੈਕਟ ਵੀ ਹੁੰਦਾ ਹੈ। ਮੇਰੇ ਕੋਲ ਵੀ ਬਹੁਤ ਸਾਰੀਆਂ ਕੰਪਲੇਂਟਸ ਜਦੋਂ ਆਉਂਦੀਆਂ ਉਹ 'ਚ ਲੋਕ ਮੈਨੂੰ ਇੱਕੋ ਹੀ ਗੱਲ ਕਹਿੰਦੇ ਹੈ ਕਿ ਸਾਡੀ ਗੱਲ ਨੂੰ ਡਾਇਵਰਜ ਨਾ ਕਰਿਓ ਕਿ ਅਸੀਂ ਤੁਹਾਨੂੰ ਕੰਪਲੇਂਟ ਕੀਤੀ ਹੈ, ਸਾਨੂੰ ਇਹ ਗੱਲ ਡਾਇਵਰਜ ਨਾ ਕਰਿਓ ਕਿ ਅਸਾਨੇ ਕੰਪਲੇਂਟ ਕੀਤੀ ਹੈ ਜਾਂ ਮੇਰਾ ਈਮੇਲ ਆਈਡੀ ਜਾਂ ਮੇਰਾ ਮੋਬਾਈਲ ਨੰਬਰ ਡਾਇਵਰਜ ਨਾ ਕਰਿਓ। ਕਿਉਂਕਿ ਕੋਈ ਵੀ ਪੇਰੈਂਟ ਜਾਂ ਕੋਈ ਵੀ ਬੱਚਾ ਆਪਣੀ ਸਕੂਲ ਦੀ ਮੈਨੇਜਮੈਂਟ ਦੇ ਮੂਹਰੇ ਆਪਣੇ ਆਪ ਨੂੰ ਐਕਸਪੋਜ਼ ਨਹੀਂ ਕਰਨਾ ਚਾਹੁੰਦਾ, ਔਰ ਅਸੀਂ ਵੀ ਹਾਲੇ ਤੱਕ ਇਸ ਗੱਲ ਨੂੰ ਢੱਕ ਕੇ ਰੱਖਿਆ। ਅਸੀਂ ਕਿਸੇ ਦੇ ਜਿਹਨੇ ਕੰਪਲੇਂਟ ਕੀਤੀ ਹੈ ਉਹਨੂੰ ਨਹੀਂ ਕੀਤਾ। ਪਰ ਮੈਂ ਇਹ ਜ਼ਰੂਰ ਸਮਝਦਾ ਕਿ ਕਰੋਨਾ ਦੀ ਮਹਾਮਾਰੀ ਨੂੰ ਦੇਖਦੇ ਹੋਏ ਪ੍ਰਾਈਵੇਟ ਸਕੂਲਸ ਵੀ ਸਰਕਾਰ ਦੀਆਂ ਵੱਲੋਂ ਦਿੱਤੀਆਂ ਗਈਆਂ ਜੋ ਹਦਾਇਤਾਂ ਹੈ ਉਸ ਦਾ ਪਾਲਣ ਕਰਨਗੀਆਂ, ਔਰ ਸਾਡੇ ਲੋਕਾਂ ਨੂੰ, ਸਾਡੇ ਬੱਚਿਆਂ ਨੂੰ, ਸਾਡੇ ਪੰਜਾਬ ਦੀ ਜਨਤਾ ਨੂੰ, ਜਿਹੜੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਆ ਬੱਚੇ, ਉਹਨਾਂ ਦੇ ਪੇਰੈਂਟਸ ਨੂੰ ਇਸ ਕਰੋਨਾ ਦੀ ਮਹਾਮਾਰੀ ਨੂੰ ਦੇਖਦੇ ਹੋਏ ਕਿ ਉਹਨਾਂ ਵੱਲੋਂ ਇਹ ਰਿਲੀਫ ਦੇਣਾ ਚਾਹੀਦਾ ਹੈ ਤਾਂ ਉਹ ਜ਼ਰੂਰ ਦੇਣਗੇ। ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਸਾਰੇ ਲੋਕ ਆਪਾਂ ਮਿਲ ਕੇ ਇਸ ਲੜਾਈ ਦੇ ਵਿੱਚ ਕਾਮਯਾਬੀ ਹਾਸਲ ਕਰਾਂਗੇ ਔਰ ਸਾਰੇ ਲੋਕ ਸਰਕਾਰ ਦੀ ਹਦਾਇਤ ਨੂੰ ਮੰਨਣਗੇ। ਔਰ ਮੈਂ ਇੱਕ ਗੱਲ ਹਮੇਸ਼ਾ ਪਹਿਲਾਂ ਵੀ ਕਹੀ ਹੈ ਔਰ ਪਹਿਲਾਂ ਵੀ ਸਖਤ ਅਸੀਂ ਆਰਡਰ ਕੱਢੇ ਹੈ ਤੇ ਹੁਣ ਵੀ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਕੋਈ ਸਕੂਲ ਸਖਤ ਇਸ ਆਰਡਰਾਂ ਦੀ ਪਾਲਣਾ ਨਹੀਂ ਕਰੂਗਾ, ਸਾਨੂੰ ਉਸ ਦੇ ਉੱਪਰ ਐਕਸ਼ਨ ਲੈਣਾ ਪੈਣਾ ਹੈ ਔਰ ਐਕਸ਼ਨ ਵੀ ਬੜਾ ਸਖਤ ਹੋਊਗਾ। ਈਮੇਲ ਆਈਡੀ ਮੇਰਾ ਵੀ ਪਬਲਿਕ ਡੋਮੇਨ ਦੇ ਵਿੱਚ ਹੈ। ਈਮੇਲ ਆਈਡੀ ਬਾਰੇ ਮੈਂ ਤੁਹਾਨੂੰ ਐਂਡ ਦੇ ਵਿੱਚ ਗੱਲ ਵੀ ਕਰਾਂਗਾ। ਅਸੀਂ ਜ਼ਿਲ੍ਹਾ ਪੱਧਰ ਦੇ ਉੱਪਰ ਨੋਡਲ ਆਫਿਸਰਸ ਵੀ ਲਗਾਏ ਹੈ, ਉਹਨਾਂ ਦੇ ਈਮੇਲ ਆਈਡੀਜ਼ ਤੇ ਉਹਨਾਂ ਦੇ ਟੈਲੀਫੋਨ ਨੰਬਰਸ ਵੀ ਅਸੀਂ ਪਬਲਿਕ ਡੋਮੇਨ ਦੇ ਵਿੱਚ ਲੈ ਕੇ ਜਾਵਾਂਗੇ ਔਰ ਇਸ ਦੇ ਨਾਲ ਉਹਨਾਂ ਦੀ ਸਾਰਿਆਂ ਦੀ ਲਿਸਟ ਵੀ ਮੈਂ ਸ਼ੇਅਰ ਕਰਾਂਗਾ। ਔਰ ਮੇਰਾ ਆਪਣਾ ਈਮੇਲ ਆਈਡੀ ਬਹੁਤ ਸਾਰੇ ਲੋਕਾਂ ਕੋਲ ਹੈ ਵੀ ਗਿਆ ਤੇ ਬਹੁਤ ਸਾਰੇ ਲੋਕਾਂ ਵਾਸਤੇ ਮੈਂ ਦੁਬਾਰਾ ਵੀ ਸ਼ੇਅਰ ਕਰਾਂਗਾ। ਔਰ ਇਹ ਸਾਰੀ ਗੱਲ ਨੂੰ ਮੈਂ ਇੱਕ ਵਾਰ ਤੁਹਾਨੂੰ ਜਿਸ ਤਰ੍ਹਾਂ ਕਿਹਾ ਸੀ ਕਿ ਆਪਣੇ ਓਪਨਿੰਗ ਰਿਮਾਰਕਸ ਨੂੰ ਅੰਗਰੇਜ਼ੀ ਵਿੱਚ ਵੀ ਕਹਾਂਗਾ। ਮੈਂ ਸਾਰੇ I would like to just tell all children, parents, teachers and the people who are listening to me on this Facebook Live that COVID-19 is not yet over. You people have supported the government. You people have supported the call given by my Honorable Chief Minister Captain Amarinder Singh Ji. That's why Punjab is behaving in a very good manner as compared to other states. And I'm quite confident that you people will be able to give your continuous support to the state government, whether it is wearing of masks is concerned, whether cleaning of hands is concerned, whether social distancing is concerned, whether till the time lockdown is there, you are going to refrain yourself from moving out, you are going to keep yourselves home. And I am very happy that all of you participated in the Ambassadors of Hope program, in which you all came forward, parents got involved, teachers got involved, the potential of younger children, potential of youngsters came out in the open. We were able to assess the potential, and many other states are also looking at such programs now so that they are able to determine the potential of their younger people in their respective districts, and we are able to make a pool of such youngsters who will be future of our state. So I'm very happy that you people have been able to participate, and in a span of 8 days 1,05,000 videos were uploaded. It is not about people participating. If I have to say that 1,05,000 people participated, I don't want to say that, but it is most important is 1,05,000 videos were uploaded as a part of the Ambassadors of Hope program. So I'm very happy and thankful because I am able to become a bridge between the talent and the state. I'm able to identify or determine the children who have potential in them. Second part, as I told you, that we are going to talk about the fee structure, the situation which has arrived because of the pandemic situation here, that the state government came out with the order on 23rd March, in which the state government only deferred the fee structure because we never knew that the lockdown is going to continue for 2 months. That point of time, initially the lockdown was for 21 days, and we told that no private school is going to charge fees. But slowly we realized that the importance of education. We realized that during this pandemic situation also, there is a lot of there is need
for starting for online education. And now the state government has come out with an order to say that if you are imparting online education, you can charge only tuition fees. And when I say tuition fees, it means no transportation charges, no admission charges, no uniform charges, no mandatory selling of books or buying of books only from the school tuck shops. Parents will have an option to buy either books or uniform from anywhere, and the schools are supposed to display the color coding on their website and also the books required for the child on their website. The child and the parents will have an option to openly go and buy from wherever they feel like. So this is one option, this is one order which we came out with. And the second part I would like to share was that no teacher's salaries will be cut and no teachers will be laid off, whether it's concerning the teaching staff or the non-teaching staff. And I am quite confident that those private school owners, as they also know, that we have kept the High Court, the double bench Delhi High Court order in mind while allowing them to charge the tuition fees to only those schools, those who are imparting online education. So I am quite confident that the private schools are, because they themselves have a very good and a solid connect amongst themselves. Like the school managements have a connect with the parents and the students, and so as they have the connect with the teachers and the non-teaching staff. So I would not like to infringe much between the relationship the three enjoys, and I would leave it to the school managements to maintain that relationship, make it more solid during keeping in view the COVID-19 situation. And as we all have contributed in our own ways in order to find out a solution to the, in order to contribute into this in this situation. So I'm quite confident that everybody is going to behave and everybody is going to go by the government's order and nobody is going to flout it. I must tell that anybody who's flouting the government's order, I'm going to take your questions also. I have got many questions since yesterday. I'm going to take a few questions on my own also, which I have already got. Many people have asked those questions, and remaining questions which you are online asking me now. I have a team here with me who's going to pen down all these questions and give it to me, and मैं उस तो बाद उसनू भी आंसर करांगा. एक गल मैं सारिਆਂ ਨੂੰ ਜ਼ਰੂਰ ਕਹਿਣਾ ਚਾਹੁੰਦਾ कि ਤੁਸੀਂ ਸਾਰੇ ਮੇਰੇ ਨਾਲ जुड़े हो ਅੱਜ. मैं कोशिश करांगा कि ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਸਕਾਂ. ਔਰ ਇੱਕ ਗੱਲ ਇਹ ਵੀ ਕਹਿਣਾ ਚਾਹੁੰਦਾ कि ਤੁਹਾਨੂੰ ਇਹ ਵੀ ਪਹਿਲਾਂ ਕਿਹਾ ਔਰ ਅਸੀਂ ਆਪਣੇ ਸਰਕਾਰ ਦੇ ਆਰਡਰ ਦੇ ਵਿੱਚ ਵੀ ਕਿਹਾ कि ਜਿਹੜੇ ਜਗ੍ਹਾ ਦੇ ਉੱਪਰ ਜ਼ਿਲ੍ਹਿਆਂ 'ਚ ਕਿਸੇ ਨੂੰ ਪ੍ਰੋਬਲਮ ਆ ਰਹੀ ਹੈ ਉਹ ਆਪਣੇ ਨੋਡਲ ਆਫਿਸਰਸ ਦੇ ਉੱਪਰ ਕੰਪਲੇਂਟ ਕਰ ਸਕਦੇ ਹੋ. ਮੇਰੇ ਈਮੇਲ ਆਈਡੀ ਦੇ ਉੱਪਰ ਤੁਸੀਂ ਸੀਸੀ ਵੀ ਕਰ ਸਕਦੇ ਹੋ, ਸਿੱਧਾ ਵੀ ਭੇਜ ਸਕਦੇ ਹੋ. ਔਰ ਜਿਹੜੇ ਸਾਡੇ ਡੀਓਜ਼ ਹੈ ਉਹ ਤੁਹਾਡੀਆਂ ਕੰਪਲੇਂਟਸ ਨੂੰ ਆਨਸਰ ਕਰਨਗੇ. ਔਰ ਮੈਂ ਇਹ ਸਾਰੀਆਂ ਗੱਲਾਂ ਬਾਰ-ਬਾਰ ਦੁਬਾਰਾ ਰਿਪੀਟ ਕਰਕੇ ਕਹਿ ਰਿਹਾ ਕਿ ਜਿਹੜੇ ਸਕੂਲਸ ਰਿਪੀਟਡਲੀ ਗਵਰਨਮੈਂਟ ਦੇ ਆਰਡਰ ਨੂੰ ਫਲਾਊਟ ਕਰ ਰਹੇ ਹੈ ਉਹਨਾਂ ਦੇ ਉੱਪਰ ਸਟ੍ਰਿਕਟ ਐਕਸ਼ਨ ਵੀ ਹੋਊਗਾ. ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਪੰਜਾਬ ਨੇ ਹਮੇਸ਼ਾ ਇਕੱਠੇ ਹੋ ਕੇ ਅੱਗੇ ਜਾਣ ਦੀ ਗੱਲ ਕੀਤੀ ਹੈ, ਉਸ ਤਰ੍ਹਾਂ ਇਸ ਕਰੋਨਾ ਦੀ ਮਹਾਮਾਰੀ ਜੋ ਪੂਰੇ ਵਿਸ਼ਵ ਦੇ ਵਿੱਚ ਚੱਲ ਰਹੀ ਹੈ ਉਸ ਵਿੱਚ ਵੀ ਆਪਾਂ ਸਾਰੇ ਇਕੱਠੇ ਹੋ ਕੇ ਇਸ ਚੋਂ ਨਿਕਲਣ ਦੀ ਕੋਸ਼ਿਸ਼ ਕਰਾਂਗੇ. ਸੋ ਮੈਂ ਹੁਣ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਹੁਣ ਮੈਂ ਤੁਹਾਡੇ ਸਵਾਲਾਂ ਨੂੰ ਲਵਾਂਗਾ. ਕੁਛ 15-20 ਸਵਾਲ ਮੇਰੇ ਕੋਲ ਤੁਹਾਡੇ ਆਲਰੇਡੀ ਜਿਹੜੇ ਬਹੁਤ ਸਾਰੇ ਲੋਕਾਂ ਨੇ ਫਰੀਕੁਐਂਟਲੀ ਆਸਕ ਕੁਐਸਚਨਸ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹੜੇ ਲੋਕਾਂ ਨੇ ਫਰੀਕੁਐਂਟਲੀ ਆਸਕ ਕੁਐਸਚਨਸ ਦੇ ਵਿੱਚ ਕੁਝ ਸਵਾਲ ਪੁੱਛੇ ਸੀ ਉਹਨਾਂ ਨੂੰ ਮੈਂ ਇੱਕ ਵਨ ਬਾਏ ਵਨ ਕਰਕੇ ਲਵਾਂਗਾ. ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਪਹਿਲਾ ਸਵਾਲ ਜਿਹੜਾ ਮੈਂ ਲੈਣਾ ਚਾਹੁੰਦਾ ਇਹ ਮਲੇਰਕੋਟਲੇ ਦਾ ਇੱਕ ਲੜਕਾ ਹੈ ਮਨੋਜ ਕੁਮਾਰ. ਔਰ ਮਨੋਜ ਕੁਮਾਰ ਵਰਗੇ ਕਈ ਲੋਕਾਂ ਨੇ ਮੈਨੂੰ ਇਹ ਵਾਲਾ ਸਵਾਲ ਪੁੱਛਿਆ ਕਿ ਜਿਹੜੇ ਲੋਕ WhatsApp ਤੇ ਪੜ੍ਹਾਈ ਕਰਾ ਦਿੰਦੇ ਆ ਜਾਂ WhatsApp ਦੇ ਉੱਪਰ ਆਪਣਾ ਕੋਈ ਹੋਮਵਰਕ ਭੇਜ ਦਿੰਦੇ ਆ ਜਾਂ ਕੋਈ ਬੰਦਾ Zoom ਕਲਾਸਿਸ ਦੇ ਨਾਲ ਹੀ ਕਲਾਸਿਸ ਲੈ ਰਿਹਾ, ਕੋਈ 2 ਸਬਜੈਕਟਸ ਪੜ੍ਹਾ ਰਿਹਾ ਕਿ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਆਨਲਾਈਨ ਕਲਾਸਿਸ ਮੰਨ ਸਕਦੇ ਹਾਂ. ਦੇਖੋ ਆਪਾਂ ਸਭ ਨੂੰ ਪਤਾ ਹੈ ਕਿ ਜਿਹੜੀ ਕਰੋਨਾ ਦੀ ਮਹਾਮਾਰੀ ਹੈ ਇਹ ਕਿਸੇ ਦੇ ਵਾਸਤੇ ਪਹਿਲਾਂ ਪ੍ਰੈਡਿਕਟਡ ਨਹੀਂ ਸੀਗੀ. ਕਿਸੇ ਨੂੰ ਪਤਾ ਨਹੀਂ ਸੀਗਾ ਕਿ ਸਾਨੂੰ ਆਨਲਾਈਨ ਕਲਾਸਿਸ ਵਾਲੀ ਗੱਲ ਨੂੰ ਸ਼ੁਰੂ ਕਰਨਾ ਪੈ ਸਕਦਾ ਹੈ. ਇਸ ਵੇਲੇ ਅੱਜ ਅਸੀਂ ਕਰੋਨਾ ਦੀ ਮਹਾਮਾਰੀ ਦੇ ਵਿੱਚ ਜਦੋਂ ਸਾਰੇ ਪਾਸੇ ਸਭ ਕੁਝ ਬੰਦ ਚੱਲ ਰਿਹਾ ਹੈ ਤੇ ਪੈਂਡੈਮਿਕ ਸਿਚੁਏਸ਼ਨ ਹੈ ਤੇ ਉਸ ਰਿਸੋਰਸਿਸ ਦੇ ਵਿੱਚ ਜਿਹੜੇ ਬੰਦੇ ਕੋਲ ਜਿਹੋ ਜਿਹੀਆਂ ਰਿਸੋਰਸਿਸ ਹੈਗੀਆਂ, ਹਰ ਸਕੂਲ ਆਪਣੇ ਬੱਚਿਆਂ ਨੂੰ ਸਹੀ ਤਰ੍ਹਾਂ ਦੀ ਸਿੱਖਿਆ ਪ੍ਰੋਵਾਈਡ ਕਰ ਸਕੇ, ਜਿਹੋ ਜਿਹੇ ਰਿਸੋਰਸਿਸ ਅਵੇਲੇਬਲ ਹੈ ਉਹ ਉਸ ਤਰੀਕੇ ਦੇ ਨਾਲ ਆਨਲਾਈਨ ਕਲਾਸਿਸ ਚਲਾ ਰਿਹਾ ਹੈ. ਔਰ ਮੈਂ ਇਸ ਗੱਲ ਦੇ ਨਾਲ ਵਾਅਦਾ ਕਰਦਾ ਸਿਚੁਏਸ਼ਨ ਇੰਪਰੂਵ ਹੋ ਜਾਣ ਤੋਂ ਅਸੀਂ ਇਸ ਗੱਲ ਨੂੰ ਵੀ ਮੋਨੀਟਰ ਕਰਾਂਗੇ ਦੇਖਦੇ ਹੋਏ, ਤਾਂ ਕਿ ਅਸੀਂ ਐਡਵਾਈਜ਼ਰੀ ਵੀ ਇਸ਼ੂ ਕਰਾਂਗੇ ਇਹਦੇ ਵਿੱਚ
ਕਿ ਸਾਰੇ ਲੋਕ ਚੰਗੇ ਤਰੀਕੇ ਨਾਲ ਆਨਲਾਈਨ ਕਲਾਸਿਸ ਦੇਣ ਆਪਣੇ ਬੱਚਿਆਂ ਨੂੰ, ਤਾਂ ਕਿ ਉਹਨਾਂ ਦੀ ਪੜ੍ਹਾਈ ਦੇ ਵਿੱਚ ਨੁਕਸਾਨ ਨਾ ਹੋ ਸਕੇ। ਔਰ ਇਸ ਤੋਂ ਇਲਾਵਾ ਇੱਕ ਸਭ ਤੋਂ ਇੰਪੋਰਟੈਂਟ ਗੱਲ ਇਹਦੇ ਵਿੱਚ ਇਹ ਹੈ, ਕਿਉਂਕਿ ਬਹੁਤ ਸਾਰੇ ਤੁਹਾਡੇ ਮਨਾਂ 'ਚ ਹੋਰ ਵੀ ਸਵਾਲ ਆ ਰਹੇ ਹੋਣਗੇ ਕਿ ਸਿਲੇਬਸ ਪੂਰਾ ਕਰਨਾ ਹਰ ਸਕੂਲ ਵਾਸਤੇ ਇੰਪੋਰਟੈਂਟ ਹੈ। ਤਾਂ ਸਕੂਲ ਆਪਣੀ ਸਮਰ ਵੇਕੇਸ਼ਨਸ ਨੂੰ ਯੂਜ਼ ਕਰਕੇ ਆਪਣਾ ਸਿਲੇਬਸ ਪੂਰਾ ਕਰਦਾ ਹੈ। ਸਕੂਲ ਆਪਣੇ ਆਨਲਾਈਨ ਕਲਾਸਿਸ ਨੂੰ ਡਿਫਰੈਂਟ ਫਾਰਮੈਟਸ ਦੇ ਵਿੱਚ, ਉਹ ਜਿਸ ਤਰ੍ਹਾਂ ਮੇਰੀ ਬੇਟੀ ਹੈ ਉਹਦੀ ਆਨਲਾਈਨ ਕਲਾਸ ਸਵੇਰੇ ਸ਼ੁਰੂ ਹੋ ਜਾਂਦੀ ਹੈ 8 ਵਜੇ ਤੇ ਉਹ 2 ਵਜੇ ਤੱਕ ਆਪਣੀ ਆਨਲਾਈਨ ਕਲਾਸ ਕਰਦੀ ਹੈ, ਤੇ ਉਸ ਤੋਂ ਬਾਅਦ ਉਹ 4-5 ਘੰਟੇ ਆਪਣੇ ਸਕੂਲ ਦਾ ਹੋਮਵਰਕ ਕਰਦੀ ਰਹਿੰਦੀ ਹੈ, ਪਰ ਉਹ ਦਿੱਲੀ ਦੇ ਸਕੂਲ 'ਚ ਪੜ੍ਹਦੀ ਹੈ। ਤੇ ਮੈਂ ਇਹ ਕਹਿਣਾ ਇਸ ਕਰਕੇ ਸ਼ੇਅਰ ਕੀਤਾ ਹੈ ਕਿ ਉਹ ਜਦੋਂ ਸਕੂਲ ਜਾਂਦੀ ਸੀ ਉਸ ਵੇਲੇ ਤਾਂ ਇੰਨਾ ਨਹੀਂ ਉਹਨੂੰ ਹੋਮਵਰਕ ਕਰਨਾ ਪੈਂਦਾ ਸੀ, ਪਰ ਲੇਕਿਨ ਹੁਣ ਜਦੋਂ ਤੋਂ ਆਨਲਾਈਨ ਕਲਾਸਿਸ ਚੱਲ ਰਹੀਆਂ ਉਹਨੂੰ ਇੰਨਾ ਜ਼ਿਆਦਾ ਸਮਾਂ ਲਗਾਉਣਾ ਪੈਂਦਾ ਕਿ 5-6 ਘੰਟੇ ਕਲਾਸ ਚੱਲਦੀ ਹੈ, ਉਸ ਤੋਂ ਬਾਅਦ 4-5 ਘੰਟੇ ਹੋਮਵਰਕ ਚੱਲਦਾ ਹੈ। ਉਹ ਇਹ ਹੁਣ ਹਰ ਬੱਚੇ ਦੇ ਉੱਪਰ ਵੀ ਹੁੰਦਾ ਕਿ ਆਪਾਂ ਕਿਹੜੇ ਇਸ ਕਰੋਨਾ ਦੀ ਮਹਾਮਾਰੀ ਦੇ ਮਾਹੌਲ ਦੇ ਵਿੱਚ ਆਪਾਂ ਜੋ ਵੀ ਕੁਝ ਆਪਣੇ ਟੀਚਰਸ ਤੋਂ ਸਕਵੀਜ਼ ਆਊਟ ਕਰ ਸਕੀਏ, ਆਪਾਂ ਕਿਸੇ ਵੀ ਫਾਰਮ 'ਚ ਕਰ ਸਕੀਏ, ਤਾਂ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਅਲਟੀਮੇਟ ਸਾਡਾ ਮੋਟਿਵ ਇਹ ਹੈ। ਜੇ ਅਸੀਂ ਬਹਾਨਾ ਲੱਭਣਾ ਹੋਵੇ ਅਸੀਂ ਕੋਈ ਵੀ ਲੱਭ ਸਕਦੇ ਹਾਂ, ਪਰ ਮੈਂ ਸਮਝਦਾ ਕਿ ਇਸ ਕਰੋਨਾ ਦੀ ਮਹਾਮਾਰੀ ਬਾਰੇ ਕਿਸ ਨੂੰ ਨਾ ਪਹਿਲਾਂ ਪਤਾ ਸੀ, ਤੇ ਅੱਜ ਜੇ ਕਿਸੇ ਨੇ ਆਨਲਾਈਨ ਕਲਾਸਿਸ ਚਾਲੂ ਕੀਤੀਆਂ ਤਾਂ ਜਿਹੜੇ ਰਿਸੋਰਸਿਸ ਉਹਨਾਂ ਕੋਲ ਅਵੇਲੇਬਲ ਸੀ ਉਸ ਦੇ ਨਾਲ ਕੀਤੀਆਂ। ਪਰ ਮੈਂ ਇਹ ਵੀ ਗੱਲ ਦਾ ਵਾਅਦਾ ਕਰਦਾ ਕਿ ਅਸੀਂ ਇਸ ਗੱਲ ਨੂੰ ਮੋਨੀਟਰ ਵੀ ਕਰ ਰਹੇ ਹਾਂ ਕਿ ਕਿਹੜਾ ਸਕੂਲ ਕਿਸ ਤਰ੍ਹਾਂ ਦੀਆਂ ਆਨਲਾਈਨ ਕਲਾਸਿਸ ਚਲਾ ਰਿਹਾ ਜਾਂ ਪੜ੍ਹਾ ਰਿਹਾ, ਤੇ ਅਸੀਂ ਇਹਦੀਆਂ ਵਕਤ ਤੇ ਆ ਕੇ ਐਡਵਾਈਜ਼ਰੀ ਵੀ ਇਸ਼ੂ ਕਰਾਂਗੇ, ਸੋ ਦੈਟ ਅਸੀਂ ਲੋਕਾਂ ਤੱਕ ਉਹਨਾਂ ਨੂੰ ਸਹੀ ਐਜੂਕੇਸ਼ਨ ਪਹੁੰਚਾ ਸਕੀਏ। ਦੂਜੇ ਪੇਰੈਂਟ ਨੇ ਜਸਵਿੰਦਰ ਜੀ ਅੰਮ੍ਰਿਤਸਰ ਦੇ ਵਿੱਚੋਂ, ਤੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀਆਂ ਕਿਤਾਬਾਂ ਹੈ ਉਹ ਅਸੀਂ ਬਾਹਰੋਂ ਬਾਏ ਕਰ ਸਕਦੇ ਹਾਂ ਕਿ ਨਹੀਂ ਬਾਏ ਕਰ ਸਕਦੇ, ਔਰ ਇਸੇ ਤਰੀਕੇ ਨਾਲ ਉਹਨਾਂ ਨੇ ਡਰੈਸਿਸ ਦੀ ਗੱਲ ਵੀ ਕੀਤੀ ਹੈ ਕਿ ਅਸੀਂ ਬਾਹਰੋਂ ਬਾਏ ਕਰ ਸਕਦੇ ਹਾਂ ਕਿ ਨਹੀਂ ਬਾਏ ਕਰ ਸਕਦੇ, ਜਾਂ ਅਸੀਂ ਆਪਣੇ ਭੈਣ ਭਰਾ ਦੀਆਂ ਕਿਤਾਬਾਂ ਨੂੰ ਯੂਜ਼ ਕਰ ਸਕਦੇ ਹਾਂ ਕਿ ਅਸੀਂ ਨਹੀਂ ਕਰ ਸਕਦੇ। ਔਰ ਇਹ ਸਵਾਲ ਵੀ ਬਹੁਤ ਸਾਰੇ ਪੇਰੈਂਟਸ ਨੇ ਮੇਰੇ ਕੋਲੋਂ ਪੁੱਛਿਆ ਔਰ ਬਹੁਤ ਸਾਰੇ ਬੱਚਿਆਂ ਨੇ ਮੇਰੇ ਕੋਲੇ ਰੇਜ਼ ਕੀਤਾ ਸੀ। ਤੇ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਇਸ ਆਰਡਰ ਨੂੰ ਪਹਿਲਾਂ ਹੀ ਪਬਲਿਕ ਡੋਮੇਨ ਦੇ ਵਿੱਚ ਬੜੀ ਦੇਰ ਪਹਿਲਾਂ ਤੋਂ ਲੈ ਕੇ ਆਂਦਾ ਹੈ, ਤੇ ਇਸ ਵਾਰ ਅਸੀਂ 6 ਅਪ੍ਰੈਲ ਜਾਂ 7 ਅਪ੍ਰੈਲ ਦਾ ਅਸੀਂ ਦੁਬਾਰਾ ਆਰਡਰ ਕੱਢਿਆ ਸੀ, ਜਿਸ ਇਸ ਗੱਲ ਨੂੰ ਦੁਬਾਰਾ ਰੀਇਟਰੇਟ ਕੀਤਾ ਸੀ ਕਿ ਪਹਿਲੀ ਗੱਲ ਤਾਂ 2 ਸਾਲ ਕੋਈ ਵੀ ਸਕੂਲ ਆਪਣੀ ਡਰੈਸ ਨੂੰ ਬਦਲੂਗਾ ਨਹੀਂ। ਸੋ ਜੋ ਵੀ ਸਾਡਾ ਡਰੈਸ ਕੋਡ ਹੈ ਸਕੂਲ ਦਾ ਉਹਨੂੰ ਨਹੀਂ ਬਦਲੂਗਾ। ਕਈ ਸਕੂਲ ਕੀ ਕਰਦੇ ਸੀਗੇ ਕਿ ਆਪਣੇ ਲੋਗੋ ਦੇ ਕਰਕੇ, ਕਈ ਵਾਰ ਲੋਗੋ ਸਕੂਲ ਦੀ ਸ਼ਰਟ ਤੇ ਲੱਗਿਆ ਹੁੰਦਾ, ਜਾਂ ਜੇ ਸਰਦੀਆਂ ਹੋਣ ਤਾਂ ਜਿਹੜਾ ਲੋਗੋ ਹੈ ਉਹ ਸਾਡੇ ਸਵੈਟਰ ਦੇ ਉੱਪਰ ਲੱਗਿਆ ਹੁੰਦਾ ਜਾਂ ਸਾਡੇ ਕੋਟ ਦੇ ਉੱਪਰ ਲੱਗਿਆ ਹੁੰਦਾ। ਤੇ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਇਸ ਗੱਲ ਦੇ ਉੱਪਰ ਕਿ ਪਹਿਲਾਂ ਇੱਕ ਬਿੱਲਾ ਆਉਂਦਾ ਸੀ 10 ਰੁਪਏ ਦਾ ਲੋਹੇ ਦਾ, ਜਿਹੜਾ ਸੇਫਟੀ ਪਿਨ ਦੇ ਨਾਲ ਲੱਗ ਜਾਂਦਾ ਸੀ, ਤੇ ਅਸੀਂ ਸਕੂਲਸ ਨੂੰ ਪਹਿਲਾਂ ਹੀ ਹਦਾਇਤ ਕੀਤੀ ਹੈ ਕਿ ਪੇਰੈਂਟਸ ਕੋਲ ਤੇ ਬੱਚਿਆਂ ਕੋਲੇ ਆਪਸ਼ਨ ਹੈ ਕਿ ਤੁਸੀਂ ਕੋਈ ਵੀ ਕਿਤਾਬਾਂ ਦੀ ਗੱਲ ਜਾਂ ਵਰਦੀਆਂ ਦੀ ਗੱਲ ਜਾਂ ਡਰੈਸਿਸ ਦੀ ਗੱਲ ਤੁਸੀਂ ਮੈਂਡੇਟਰੀ ਨਹੀਂ ਕਰ ਸਕਦੇ ਕਿ ਇਹ ਬੱਚੇ ਸਕੂਲ ਦੀ ਟਾਪ ਸ਼ਾਪ ਤੋਂ ਖਰੀਦਣਗੇ। ਬੱਚੇ ਬਾਜ਼ਾਰ 'ਚੋਂ ਕਿਸੇ ਵੀ ਦੁਕਾਨ ਤੋਂ ਆਪਣੀਆਂ ਵਰਦੀਆਂ ਖਰੀਦ ਸਕਦੇ हैं, ਬੱਚੇ ਕਿਸੇ ਵੀ ਦੁਕਾਨ ਤੋਂ ਆਪਣੀਆਂ ਕਿਤਾਬਾਂ ਖਰੀਦ ਸਕਦੇ हैं। ਔਰ ਜਿਹੜੇ ਸਕੂਲ ਨੇ ਆਪਣੇ ਲੋਗੋ ਨੂੰ ਮੈਂਡੇਟਰੀ ਕਰਨਾ ਹੈ ਉਹ ਆਪਣੇ ਲੋਗੋ ਨੂੰ ਆਪਣੇ ਬਿੱਲੇ ਦੇ ਰੂਪ ਵਿੱਚ ਆਪਣਾ ਸੇਲ ਕਰ ਸਕਦੇ हैं ਟੱਕ ਸ਼ਾਪ ਤੋਂ, ਤਾਂ ਕਿ ਕਿਸੇ ਵੀ ਪੇਰੈਂਟਸ ਦੇ ਉੱਪਰ ਕਿਸੇ ਤਰੀਕੇ ਦਾ ਬੋਝ ਨਾ ਪਵੇ। ਇਸ ਤੋਂ ਇਲਾਵਾ ਤੀਸਰਾ ਸਵਾਲ ਮੇਰੇ ਕੋਲੇ ਆਇਆ ਸੀਗਾ, ਹਰਦੀਪ ਸਿੰਘ ਸੇਖੋ ਜੀ ਹੈ, ਇਹ ਵੀ ਅੰਮ੍ਰਿਤਸਰ ਤੋਂ ਹੈ, ਕਿ ਕਈ ਲੋਕ ਅਪ੍ਰੈਲ ਦੇ ਵਿੱਚ ਉਹਨਾਂ ਨੇ ਆਨਲਾਈਨ ਕਲਾਸਿਸ ਨਹੀਂ ਸ਼ੁਰੂ ਕੀਤੀਆਂ ਤੇ ਉਹ ਅਪ੍ਰੈਲ ਦੀ ਫੀਸ ਮੰਗ ਰਹੇ ਨੇ। ਔਰ ਇਹ ਗੱਲ ਮੇਰੇ ਕੋਲੇ ਕੱਲੇ ਹਰਦੀਪ ਜੀ ਨੇ ਨਹੀਂ ਲਿਖੀ, ਇਹ ਵੀ ਗੱਲ ਮੇਰੇ ਕੋਲੇ ਬੜੇ ਲੋਕਾਂ ਨੇ ਲਿਖੀ ਹੈ। ਇੱਕ ਤਾਂ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸਕੂਲ ਜਦ ਤੋਂ ਤੁਹਾਨੂੰ ਆਨਲਾਈਨ ਕਲਾਸਿਸ ਦੇ ਰਹੇ ਹਨ, ਕਿਉਂਕਿ ਅਸੀਂ ਸਾਡਾ ਇੱਕੋ ਹੀ ਮਕਸਦ ਹੈ, ਜਦੋਂ ਕੋਈ ਬੰਦਾ ਕੋਈ ਚੀਜ਼ ਦੀ ਸਰਵਿਸ ਪ੍ਰੋਵਾਈਡ ਕਰ ਰਿਹਾ ਨਾ ਉਹ ਉਸੇ ਗੱਲ ਨੂੰ ਚਾਰਜ ਕਰ ਸਕੇ। ਇਸ ਕਰਕੇ ਅਸੀਂ ਟਰਾਂਸਪੋਰਟੇਸ਼ਨ ਫੀਸ ਨੂੰ ਇਸੇ ਕਰਕੇ ਖਤਮ ਕੀਤਾ ਹੈ ਕਿ ਅਗਰ ਅੱਜ ਟਰਾਂਸਪੋਰਟੇਸ਼ਨ ਨਹੀਂ ਮਿਲਦੀ ਤਾਂ ਜੇ ਬੱਚੇ ਟਰਾਂਸਪੋਰਟੇਸ਼ਨ ਨੂੰ ਯੂਜ਼ ਨਹੀਂ ਕਰ ਰਹੇ ਤਾਂ ਦੇ ਸ਼ੁਡ ਨਾਟ ਬੀ ਚਾਰਜ ਫॉर ਟਰਾਂਸਪੋਰਟੇਸ਼ਨ ਫੀਸ। ਔਰ ਅਗਰ ਕੋਈ ਸਰਵਿਸਿਜ਼ ਸਾਨੂੰ ਮਿਲ ਰਹੀ ਹੈ ਤਾਂ ਉਹ ਸਕੂਲਾਂ ਨੂੰ ਉਹ ਸਰਵਿਸ ਦਾ ਪੈਸਾ ਮਿਲਣਾ ਚਾਹੀਦਾ ਹੈ, ਕਿਉਂਕਿ ਅਦਰਵਾਈਜ਼ ਉਹ ਵੀ ਸਸਟੇਨੇਬਲ ਨਹੀਂ ਰਹਿਣਗੇ ਉਹਨਾਂ ਨੂੰ ਕੋਪ ਅਪ ਕਰਨ ਵਾਸਤੇ। ਸੋ ਇਸ ਕਰਕੇ ਇਹ ਪਰ ਲੇਕਿਨ ਇੱਕ ਗੱਲ ਬਿਲਕੁਲ ਕਲੀਅਰ ਹੈ, ਮੈਂ ਇਸ ਤਰ੍ਹਾਂ ਪਹਿਲਾਂ ਵੀ ਕਿਹਾ ਕਿ ਜਿਹੜੇ ਲੋਕ ਆਨਲਾਈਨ ਕਲਾਸਿਸ ਦੇ ਰਹੇ ਹੈ ਜਦੋਂ ਤੋਂ ਦੇ ਰਹੇ ਹੈ ਤੇ ਉਸ ਦੀ ਸਿਰਫ ਟਿਊਸ਼ਨ ਫੀਸ ਚਾਰਜ ਕਰ ਸਕਦੇ। ਇਹ ਨਹੀਂ ਹੈ ਕਿ ਉਹਨਾਂ ਨੇ ਆਨਲਾਈਨ ਕਲਾਸਿਸ ਦੇ ਨਾਮ ਦੇ ਉੱਪਰ ਹੋਰ ਕੋਈ ਫੀਸ ਲੈਣ ਦੀ ਗੱਲ ਕਰਨੀ ਹੈ, ਕਿਉਂਕਿ ਜੇ ਅੱਜ ਅਸੀਂ ਸਾਰੇ ਮਿਲ ਕੇ ਇਸ ਗੱਲ ਦੇ ਉੱਪਰ ਕਾਇਮ ਹੋ ਕੇ ਗੱਲ ਕਰਾਂਗੇ ਤਾਂ ਹੀ ਅਸੀਂ ਇਸ ਗੱਲ ਨੂੰ ਦੇ ਵਿੱਚੋਂ ਨਿਕਲ ਸਕਾਂਗੇ। ਇਸ ਤੋਂ ਇਲਾਵਾ ਸਵਾਲ ਆਇਆ ਕੋਈ ਰਿਮਸੀ ਰਿਆਨ ਹੈ ਪਟਿਆਲੇ ਤੋਂ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਇਸ ਤਰ੍ਹਾਂ ਹੋਰ ਬਹੁਤ ਲੋਕਾਂ ਨੇ ਕਿਹਾ ਕਿ ਸਕੂਲਾਂ ਨੇ 2-2 ਮਹੀਨੇ ਦੀ ਫੀਸ ਐਡਵਾਂਸ 'ਚ ਲੈ ਲਈ ਸੀ।
ਅੱਛਾ ਹੁਣ ਜੇ ਕਿਸੇ ਨੇ ਕਰੋਨਾ ਮਹਾਮਾਰੀ ਤੋਂ ਪਹਿਲਾਂ ਕਿਸੇ ਨੇ ਜਨਵਰੀ 'ਚ ਫੀਸ ਦਿੱਤੀ ਹੋਈ ਹੈ, ਇਹ ਮਿਊਚੁਅਲੀ ਪੇਰੈਂਟਸ ਤੇ ਟੀਚਰ, ਪੇਰੈਂਟਸ ਤੇ ਸਕੂਲ ਦੇ ਵਿੱਚ ਆਪਸ ਵਿੱਚ ਮਿਊਚੁਅਲ ਗੱਲ ਸੀਗੀ, ਤੇ ਜਾਂ ਮਿਊਚੁਅਲ ਪੇਰੈਂਟਸ ਦੇ ਵਿੱਚ ਆਪਸ ਦੇ ਵਿੱਚ ਮਿਊਚੁਅਲ ਗੱਲ ਸੀਗੀ। ਔਰ ਮੈਂ ਸਮਝਦਾ ਕਿ ਇਹ ਆਪਣੇ ਸਕੂਲਸ ਨਾਲ ਗੱਲ ਕਰਨ, ਕਿਉਂਕਿ ਇਹ ਸਕੂਲਸ ਨੂੰ ਵੀ ਪਤਾ ਹੈ ਕਿ ਬਾਕੀ ਇਲਾਕੇ ਵਿੱਚ ਕੀ ਆਰਡਰ ਆਇਆ ਹੋਇਆ, ਔਰ ਜੇ ਇਹਨਾਂ ਨੂੰ ਲੱਗਦਾ ਕਿ ਸਕੂਲ ਇਹਨਾਂ ਦੀ ਗੱਲ ਨਹੀਂ ਸੁਣਨ ਨੂੰ ਤਿਆਰ ਹੈਗਾ ਤਾਂ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਡੀਓ ਦੇ ਲੈਵਲ ਤੇ ਆਪਣੇ ਆਨਲਾਈਨ ਕੰਪਲੇਂਟ ਕਰਨ, ਆਪਣੇ ਡੀਓ ਦੇ ਧਿਆਨ ਵਿੱਚ ਇਹ ਗੱਲ ਲੈ ਕੇ ਆਉਣ, ਔਰ ਜਿਨ੍ਹਾਂ ਦੇ ਨੰਬਰ, ਜਿਨ੍ਹਾਂ ਦੇ ਈਮੇਲ ਆਈਡੀ ਮੈਂ ਤੁਹਾਨੂੰ ਇਸ ਫੇਸਬੁੱਕ ਲਾਈਵ ਖਤਮ ਹੋਣ ਤੋਂ ਬਾਅਦ ਆਪਣੇ ਪਬਲਿਕ ਡੋਮੇਨ ਦੇ ਉੱਪਰ ਪਾਵਾਂਗਾ। ਔਰ ਮੇਰੀ ਕੋਸ਼ਿਸ਼ ਹੈ ਜੇ ਬਾਈ ਚਾਂਸ ਉਹਨਾਂ 'ਚੋਂ ਕੋਈ ਨੰਬਰ ਨਾ ਚੱਲਦਾ ਹੋਇਆ, ਤੁਹਾਨੂੰ ਲੱਗਿਆ, ਵੈਸੇ ਐਸੀ ਗੱਲ ਨਹੀਂ ਹੋਣੀ ਚਾਹੀਦੀ, ਪਰ ਮੈਂ ਤੁਹਾਨੂੰ ਇਹ ਗੱਲ ਦਾ ਵਾਅਦਾ ਕਰਦਾ ਜੇ ਨਾ ਚੱਲਦਾ ਹੋਵੇ ਜਾਂ ਕੋਈ ਤੁਹਾਨੂੰ ਲੱਗੇ ਕਿ ਕਿਤੇ ਗੱਲ ਹੈ, ਤਾਂ ਮੇਰਾ ਈਮੇਲ ਆਈਡੀ 24 ਘੰਟੇ ਖੁੱਲ੍ਹਾ ਹੈ, ਮੇਰਾ ਮੋਬਾਈਲ ਨੰਬਰ ਵੀ 24 ਘੰਟੇ ਖੁੱਲ੍ਹਾ, ਪਰ ਕਈ ਵਾਰ ਇੰਨਾ ਜ਼ਿਆਦਾ ਉਹ ਵੱਜ ਜਾਂਦਾ ਤੇ ਕਿਸੇ ਨੂੰ ਬਿਜ਼ੀ ਨਾ ਮਿਲੇ। ਇਸ ਕਰਕੇ ਮੈਂ ਕਹਿੰਦਾ ਤੁਸੀਂ ਆਪਣਾ vijayindersingla@gmail.com ਦੇ ਉੱਪਰ ਵੀ ਤੁਸੀਂ ਆਪਣੀ ਕੰਪਲੇਂਟ ਨੂੰ ਰਜਿਸਟਰ ਕਰਾ ਸਕਦੇ ਹੋ। ਇਸ ਤੋਂ ਇਲਾਵਾ ਇੱਕ ਹੁਣ ਜਲੰਧਰ ਤੋਂ ਅਨੂਪ ਗੌਤਮ ਜੀ ਨੇ ਇੱਕ ਮੈਨੂੰ ਸਵਾਲ ਲਿਖਿਆ ਹੈ, ਉਹ 'ਚ ਲਿਖਿਆ ਸੀ ਕਿ ਗਵਰਨਮੈਂਟ ਸ਼ੁੱਡ ਥਿੰਕ ਅਬਾਊਟ ਪ੍ਰਾਈਵੇਟ ਸਕੂਲਸ ਆਲਸੋ, ਕਿ ਪ੍ਰਾਈਵੇਟ ਸਕੂਲਾਂ ਨੇ ਵੀ ਟਰਾਂਸਪੋਰਟੇਸ਼ਨ ਵਾਸਤੇ ਲੋਨ ਲਿੱਤੇ ਹੁੰਦੇ ਹੈ, ਉਹਨਾਂ ਨੇ ਵੀ ਆਪਣੀ ਬੱਸਾਂ ਦਾ ਪ੍ਰੀਮੀਅਮ ਭਰਨਾ ਹੈ, ਉਹਨਾਂ ਨੇ ਵੀ ਆਪਣਾ ਟੈਕਸ ਭਰਨੇ ਹੈ, ਉਹਨਾਂ ਨੇ ਵੀ ਆਪਣੇ ਸਟਾਫ ਦੀਆਂ ਸੈਲਰੀਜ਼ ਭਰਨੀ ਹੈ, ਤੇ ਉਹਨਾਂ ਨੇ ਵੀ ਆਪਣੀਆਂ ਇੰਸ਼ੋਰੈਂਸ ਦੇ ਪੈਸੇ ਦਿੱਤਾ ਹੈ, ਉਹਨਾਂ ਨੇ ਪਰਮਿਟ ਫੀਸ ਦਿੱਤੀ ਹੈ। ਉਹਨਾਂ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ, ਇਹ ਕਰੋਨਾ ਦੀ ਮਹਾਮਾਰੀ ਪ੍ਰਮਾਤਮਾ ਕਰੇ ਜਲਦੀ ਖਤਮ ਹੋ ਜਾਏ, ਔਰ ਆਪਾਂ ਸਾਰੇ ਵੀ ਆਪਣੇ ਘਰੇ ਬੈਠ ਕੇ ਸਭ ਤੋਂ ਪਹਿਲਾਂ ਨਹਾਉਣ ਤੋਂ ਬਾਅਦ ਸਵੇਰੇ ਉੱਠ ਕੇ ਇਹੀ ਅਰਦਾਸ ਕਰਦੇ ਹਾਂ ਆਪਾਂ ਸਾਰੇ ਸਵੇਰੇ ਕਿ ਪ੍ਰਮਾਤਮਾ ਕਰੇ ਸਾਨੂੰ ਇਸ ਕਰੋਨਾ ਦੀ ਮਹਾਮਾਰੀ ਤੋਂ ਬਾਹਰ ਕੱਢੋ, ਔਰ ਉਮੀਦ ਹੈ ਕਿ ਇਹ ਜਲਦੀ ਨਿਕਲ ਵੀ ਜਾਊਗੀ। ਔਰ ਤੁਹਾਨੂੰ ਸਾਰਿਆਂ ਨੇ ਦੇਖਿਆ ਹੈ ਸਰਕਾਰ ਨੇ ਵੀ ਹੌਲੀ ਹੌਲੀ ਫੈਸਲੇ ਕਰਕੇ ਕਰੋਨਾ ਦੀ ਮਹਾਮਾਰੀ ਦੇ ਤਹਿਤ ਵੀ ਆਪਣੇ ਆਪ ਨੂੰ ਇਸ ਲੋਕਡਾਊਨ ਨੂੰ ਖੋਲ੍ਹਣ ਵਾਸਤੇ ਵੀ ਫੇਜ਼ਸ ਵਿੱਚ ਆਪਾਂ ਸਾਰਿਆਂ ਨੇ ਫੈਸਲਾ ਕੀਤਾ ਹੈ। ਔਰ ਮੈਂ ਜ਼ਰੂਰ ਕੋਸ਼ਿਸ਼ ਕਰਦਾ ਕਿ ਇਹ ਜਲਦੀ, ਇੱਕ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਆਪਾਂ ਸਾਰੇ ਕਰਦੇ ਹਾਂ ਕਿ ਇਹ ਜਲਦੀ ਖੁੱਲ੍ਹੇ। ਪਰ ਮੈਂ ਨਾਲ ਦੇ ਨਾਲ ਤੁਹਾਨੂੰ ਇਹ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਅਗਰ ਬਾਈ ਚਾਂਸ ਇਹ ਜ਼ਿਆਦਾ ਲੰਬਾ ਚਲੇ ਗਿਆ, ਉਸ ਤੋਂ ਬਾਅਦ ਆਪਾਂ ਇਸ ਦੇ ਉੱਪਰ ਵੀ ਕੋਈ ਨਾ ਕੋਈ ਕੰਸੀਡਰੇਟ ਵਿਊ ਲਵਾਂਗੇ, ਸਰਕਾਰ ਦੇ ਪੱਧਰ ਤੇ ਗੱਲ ਕਰਾਂਗੇ, ਤਾਂ ਕਿ ਮੈਨੂੰ ਪਤਾ ਹੈ ਕਿ ਜਿਹੜੇ ਬੰਦੇ ਨੇ ਬੱਸਾਂ ਲਿੱਤੀਆਂ ਹੋਈਆਂ ਉਹਨਾਂ ਨੇ ਆਪਣਾ ਫੀ ਸਟਰਕਚਰ ਦੇਣਾ ਹੈ। ਮੈਨੂੰ ਮੇਰੇ ਸਹਿਯੋਗੀ ਮਿਨਿਸਟਰ ਆਸ਼ੂ ਜੀ ਦਾ ਵੀ ਕੱਲ੍ਹ ਟੈਲੀਫੋਨ ਆਇਆ ਸੀ, ਜੋ ਸਾਡੇ ਫੂਡ ਮਿਨਿਸਟਰ ਹੈ ਲੁਧਿਆਣੇ ਤੋਂ, ਉਹਨਾਂ ਨੇ ਵੀ ਮੈਨੂੰ ਇਹ ਗੱਲ ਰੱਖੀ ਸੀ ਕਿ ਜਿਹੜੇ ਟਰਾਂਸਪੋਰਟੇਸ਼ਨ ਦੇ ਲੋਕ ਹੈ ਉਹ ਵਾਲੇ ਲੋਕਾਂ ਦੀ ਵੀ ਗੱਲ ਆਈ ਹੈ, ਤੇ ਬਹੁਤ ਸਾਰੇ ਲੋਕਾਂ ਨੇ ਪੰਜਾਬ 'ਚੋਂ ਹੋਰ ਵੀ ਮੈਨੂੰ ਗੱਲ ਕਹੀ ਹੈ। ਤਾਂ ਇਸ ਕਰਕੇ ਵੀ ਵਿਲ ਟੇਕ ਅ ਕੰਸੀਡਰੇਟ ਵਿਊ ਅਗਰ ਇਹ ਲੋਕਡਾਊਨ ਹੋਰ ਜ਼ਿਆਦਾ ਲੰਬਾ ਹੋ ਜਾਂਦਾ ਹੈ, ਤਾਂ ਕਿ ਸਾਨੂੰ ਪਤਾ ਹੈ ਕਿ ਜਿਹੜੇ ਲੋਕਾਂ ਨੇ ਬੱਸਾਂ ਪਾਈਆਂ ਹੋਈਆਂ ਉਹਨਾਂ ਨੇ ਕਿਸ਼ਤਾਂ ਵੀ ਭਰਨੀਆਂ, ਉਹਨਾਂ ਨੇ ਸਰਕਾਰ ਦਾ ਟੈਕਸ ਆਰਟੀਏ ਨੂੰ ਟੈਕਸ ਵੀ ਭਰਾਉਣਾ ਹੈ, ਇੰਸ਼ੋਰੈਂਸ ਵੀ ਦੇਣੀ ਹੈ, ਤੇ ਦੂਜੇ ਪਾਸੇ ਅਸੀਂ ਉਹਨਾਂ ਨੂੰ ਕਿਹਾ ਹੈ ਕਿ ਆਪਣੇ ਬੱਸਾਂ ਦੇ ਡਰਾਈਵਰ ਤੇ ਕੰਡਕਟਰਾਂ ਦੀ ਤਨਖਾਹਾਂ ਵੀ ਦਿਓ। ਇਸ ਤੋਂ ਇਲਾਵਾ ਮੋਹਾਲੀ ਤੋਂ ਸਾਡੇ ਕੋਲ ਇੱਕ ਕੰਪਲੇਂਟ ਆਈ ਹੈ, ਇੱਕ ਕਿਸੇ ਰਜਨੀ ਬੇਦੀ ਨੇ ਲਿਖੀ ਹੈ, ਜਿਹਦੇ 'ਚ ਉਹਨਾਂ ਨੇ ਲਿਖਿਆ ਕਿ ਸਕੂਲ ਇਜ਼ ਸਟਿਲ ਸੈਂਡਿੰਗ ਮੈਸੇजेस ਆਫ ਫੀ ਹਾਈਕ, ਕਿ ਈਵਨ ਫੀਸ ਹਾਈਕਸ, ਮਤਲਬ ਅਦਰ ਚਾਰजेस ਉਹਨਾਂ ਨੇ ਕਿਹਾ ਕਿ ਉਹ ਫੀ ਹਾਈਕ ਦੇ ਨਾਲ ਉਹਨਾਂ ਨੇ ਗੱਲ ਕੀਤੀ। ਮੈਂ ਬੀਬਾ ਤੁਹਾਨੂੰ ਇਹ ਕਹਿਣਾ ਚਾਹੁੰਦਾ, ਇਕੱਲੀ ਤੁਹਾਡੀ ਗੱਲ ਨਹੀਂ ਹੈ, ਇਹ ਗੱਲ ਵੀ ਬਹੁਤ ਜਗ੍ਹਾ ਤੋਂ ਆਈ ਹੈ, ਟਿਊਸ਼ਨ ਫੀਸ ਆਪਾਂ ਦੇਣੀ ਹੈ, ਤੇ ਟਿਊਸ਼ਨ ਫੀਸ ਤੋਂ ਇਲਾਵਾ ਜਿਹੜੇ ਲੋਕ, ਇਹ ਵੀ ਅਸੀਂ ਆਰਡਰ 'ਚ ਲਿਖਿਆ ਕਿ ਪਿਛਲੇ ਸਾਲ ਜੋ ਤੁਹਾਡੇ ਕੋਲੇ ਫੀ ਦੀ ਸਲਿੱਪ ਆਉਂਦੀ ਸੀ, ਉਹ 'ਚ ਜਿੰਨੀ ਟਿਊਸ਼ਨ ਫੀਸ ਲਿਖੀ ਹੈ, ਤੇ ਤੁਹਾਨੂੰ ਪਤਾ ਕਿ ਕਿੰਨੀ ਟਿਊਸ਼ਨ ਫੀਸ ਲਿਖੀ ਹੈ, ਤੇ ਉਹ ਤੁਸੀਂ ਦੇਖ ਸਕਦੇ ਹੋ। ਤੇ ਕਈ ਮੈਨੂੰ ਇਹ ਵੀ ਪਤਾ ਕਿ ਕਈ ਸ਼ਹਿਰਾਂ ਦੇ ਵਿੱਚ ਸਾਰੇ ਕੰਪੋਨੈਂਟ ਇਕੱਠੇ ਕੀਤੇ ਹੋਏ ਆ, ਉਹ ਇਕੱਠੇ ਕੰਪੋਨੈਂਟ ਕਰਨ ਦੀ ਆਪਾਂ ਨੂੰ ਸਭ ਨੂੰ ਪਤਾ ਹੁੰਦਾ ਕਿ ਕਿੱਥੇ ਟਿਊਸ਼ਨ ਫੀਸ ਦਾ ਕਿੰਨਾ ਕੰਪੋਨੈਂਟ ਹੈ ਤੇ ਦੂਜਾ ਕਿੰਨਾ ਹੈ। ਤੇ ਜੇ ਤੁਹਾਨੂੰ ਲੱਗੇ ਫਿਰ ਵੀ ਤਕਲੀਫ ਹੈ ਤਾਂ ਤੁਸੀਂ ਡੀਓ ਮੋਹਾਲੀ ਨਾਲ ਗੱਲ ਕਰ ਸਕਦੇ ਹੋ, ਉਹਨਾਂ ਦੇ ਈਮੇਲ ਦੇ ਉੱਪਰ ਮੇਲ ਲਿਖ ਸਕਦੇ ਹੋ, ਜਾਂ ਉਹਨਾਂ ਨੂੰ ਫੋਨ ਦੇ ਉੱਪਰ ਇਹ ਗੱਲ ਸ਼ੇਅਰ ਕਰ ਸਕਦੇ ਹੋ। ਇਸ ਤੋਂ ਇਲਾਵਾ ਅਗਲਾ ਸਵਾਲ ਆਇਆ ਹੈ ਕੌਨਿਕਾ ਚੌਹਾਨ ਜਲੰਧਰ ਤੋਂ, ਜਿਨ੍ਹਾਂ ਦਾ ਮੈਂ ਨੋਟ ਕੀਤਾ ਸੀਗਾ ਕਿ ਸਾਨੂੰ ਸੈਲਰੀਜ਼ ਨਹੀਂ ਮਿਲ ਰਹੀਆਂ, ਕਿ ਅਸੀਂ ਚਾਹੇ 100% ਆਪਣਾ ਸਕੂਲ ਨੂੰ ਦਿੰਦੇ ਹਾਂ, ਤੇ ਅਸੀਂ ਆਪਣੇ 100% ਦੇਣ ਤੋਂ ਇਲਾਵਾ ਚਾਹੇ ਉਹ ਜ਼ੂਮ ਐਪ ਦੇ ਥਰੂ ਦੇ ਰਹੇ ਹਾਂ, ਤੇ ਚਾਹੇ ਅਸੀਂ ਰਿਕਾਰਡਡ ਲੈਕਚਰਸ ਦੇ ਥਰੂ ਦੇ ਰਹੇ ਹਾਂ, ਤੇ ਪਰ ਸਾਨੂੰ ਸੈਲਰੀਜ਼ ਪੂਰੀਆਂ ਨਹੀਂ ਦਿੱਤੀਆਂ ਜਾ ਰਹੀਆਂ। ਦੇਖੋ, ਇਹ ਕਲੀਅਰ ਇੰਸਟਰਕਸ਼ਨਸ ਹੈ ਗਵਰਨਮੈਂਟ ਦੀਆਂ। ਤੁਸੀਂ ਕੁਝ ਲੋਕਾਂ ਨੇ ਮੈਨੂੰ ਵੀ ਲਿਖਿਆ, ਮੇਰੇ ਕੋਲ ਵੀ ਕੁਝ ਈਮੇਲਸ ਆਈਆਂ, ਔਰ ਮੈਂ ਸਾਰਿਆਂ ਦੀਆਂ ਕੋਸ਼ਿਸ਼ ਕੀਤੀਆਂ ਕਿ ਸਾਰੀਆਂ ਈਮੇਲਸ ਨੂੰ ਮੈਂ ਰਿਪਲਾਈ ਕਰਾਂ, ਔਰ ਕੱਲੀ ਈਮੇਲ ਦੇ ਉੱਪਰ ਮੈਂ ਜੋ ਉਹਦੇ ਉੱਪਰ ਬਣਦੀ ਕਾਰਵਾਈ ਹੈ ਆਪਣੇ ਮਹਿਕਮੇ ਨੂੰ ਭੇਜਾਂ, ਤੇ ਉਸ ਗੱਲ ਦੀ ਉਹ ਵੈਰੀਫਾਈ ਕਰਨ, ਗਰਾਊਂਡ ਤੋਂ ਰਿਪੋਰਟ ਲੈਣ, ਔਰ ਉਸ ਤੋਂ ਬਾਅਦ ਫਿਰ ਉਸ ਦੇ ਉੱਪਰ ਅਸੀਂ ਐਕਸ਼ਨ ਇਨੀਸ਼ੀਏਟ ਕਰੀਏ। ਮੇਰੀ ਬੇਨਤੀ ਵੀ ਇਹ ਹੈ ਕਿ ਕੋਈ ਪ੍ਰਾਈਵੇਟ ਸਕੂਲ ਕਿਸੇ ਵੀ ਟੀਚਰ ਨੂੰ ਲੇ ਆਫ ਨਹੀਂ ਕਰੂਗਾ, ਔਰ ਕਿਸੇ ਵੀ ਟੀਚਰ ਦੀ ਸੈਲਰੀ ਜਾਂ ਨਾਨ ਟੀਚਿੰਗ ਸਟਾਫ ਦੀ ਸੈਲਰੀ ਦੇ ਵਿੱਚ ਕਟੌਤੀ ਨਹੀਂ ਕਰੂਗਾ। ਇਹ ਲੋਕ ਵੀ ਕਰੋਨਾ ਦੀ ਮਹਾਮਾਰੀ ਦੇ ਵੇਲੇ ਉਨਾ ਹੀ ਤਕਲੀਫ 'ਚ ਹੈ ਜਿੰਨੇ ਆਪਾਂ ਸਾਰੇ ਲੋਕ ਹਾਂ। ਸੋ ਇਸ ਕਰਕੇ ਜਿਸ ਤਰ੍ਹਾਂ ਤੁਸੀਂ ਇਹ ਗੱਲ ਲਿਖੀ ਹੈ ਕਿ
ਤੁਸੀਂ ਇਹ ਗੱਲ ਕਹੀ ਹੈ ਕਿ ਆਪਣਾ ਸਾਡੀਆਂ ਸੈਲਰੀ ਦਿੱਤੀਆਂ ਜਾ ਰਹੀਆਂ। ਸਰਕਾਰ ਦੀਆਂ ਕਲੀਅਰ ਇੰਸਟਰਕਸ਼ਨਸ ਹੈ ਦੈਟ ਸੈਲਰੀਜ਼ ਵਿਲ ਬੀ ਪੇਡ ਟੂ ਆਲ ਟੀਚਿੰਗ ਸਟਾਫ ਐਂਡ ਨਾਨ ਟੀਚਿੰਗ ਸਟਾਫ ਬਾਏ ਦ ਪ੍ਰਾਈਵੇਟ ਸਕੂਲ ਮੈਨੇਜਮੈਂਟਸ, ਬਿਕੋਜ਼ ਜਦ ਤੱਕ ਅਸੀਂ ਇਹ ਗੱਲਾਂ ਮਿਲ ਕੇ ਨਹੀਂ ਕਰਾਂਗੇ ਤਦ ਤੱਕ ਅਸੀਂ ਇਸ ਦਾ ਹੱਲ ਨਹੀਂ ਕਰ ਸਕਾਂਗੇ। ਫਤਿਹਗੜ੍ਹ ਸਾਹਿਬ ਤੋਂ ਇੱਕ ਸਾਥੀ ਹੈ ਅਮਲੋ ਤੋਂ ਵਿੱਕੀ ਗਿੱਲ ਜੀ, ਉਹਨਾਂ ਨੇ ਵੀ ਲਿਖਿਆ ਕਿ ਸਾਡੇ ਬਿਜ਼ਨੈਸਿਸ ਵੀ ਬੰਦ ਹੈ ਤੇ ਸਾਡੇ ਤੋਂ ਸਕੂਲਸ 2 ਮਹੀਨੇ ਦੀ ਫੀਸ ਮੰਗ ਰਹੇ ਆ ਅਪ੍ਰੈਲ ਤੇ ਮਈ ਦੀ, ਤੇ ਸਾਡੇ ਵਾਸਤੇ ਅਫੋਰਡੇਬਲ ਨਹੀਂ ਹੈ। ਮੈਂ ਪਹਿਲਾਂ ਵੀ ਕਿਹਾ ਕਿ ਜਦੋਂ ਤੋਂ ਸਰਵਿਸਿਜ਼ ਪ੍ਰੋਵਾਈਡ ਹੋ ਰਹੀਆਂ, ਜਦੋਂ ਤੋਂ ਸਾਨੂੰ ਆਨਲਾਈਨ ਐਜੂਕੇਸ਼ਨ ਪ੍ਰੋਵਾਈਡ ਸਾਡੇ ਬੱਚਿਆਂ ਨੂੰ ਸਕੂਲ ਨੇ ਕਰਨੀ ਸ਼ੁਰੂ ਕੀਤੀ ਹੈ, ਤੇ ਸਾਨੂੰ ਉਹ ਸਕੂਲ ਉਸ ਵਕਤ ਦੀ ਆਨਲਾਈਨ ਚਾਰजेस ਜਿਹੜੇ ਬੰਦੇ ਜਿਹੜੇ ਸਕੂਲ ਦੇ ਮੈਨੇਜਮੈਂਟਸ ਦੇ ਲੋਕ ਆਨਲਾਈਨ ਫੀਸ ਪੇ ਕਰ ਰਹੇ, ਆਨਲਾਈਨ ਪੜ੍ਹਾ ਰਹੇ, ਉਹ ਲੋਕ ਆਪਣੀ ਆਨਲਾਈਨ ਫੀਸ ਲੈ ਸਕਦੇ ਹੈ। ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਗੱਲ ਆਉਣ ਵਾਲੇ ਦਿਨਾਂ 'ਚ ਫਿਰ ਕੰਪਲਾਈ ਹੋਊਗੀ, ਤਾਂ ਕਿ ਕੋਈ ਵੀ ਸਾਥੀ, ਕੋਈ ਵੀ ਬੱਚਾ ਸਾਡੇ ਪੰਜਾਬ ਦਾ ਇਸ ਕਰੋਨਾ ਦੀ ਮਹਾਮਾਰੀ ਕਰਕੇ ਸਕੂਲਾਂ ਦੇ ਵੱਲੋਂ ਤਕਲੀਫ ਵਿੱਚ ਨਾ ਆਵੇ। ਜਿੱਥੇ ਤੱਕ ਗੱਲ ਹੈਗੀ ਹੈ ਹੋਰ ਸਵਾਲਾਂ ਦੀ, ਬਹੁਤ ਸਾਰੇ ਸਵਾਲ ਹੈ। ਮੇਰੀ ਕੋਸ਼ਿਸ਼ ਇਹੀ ਹੈ ਕਿ ਆਪਣਾ ਆਪਾਂ ਸਾਰੇ ਮਿਲ ਕੇ ਇਹਨਾਂ ਨੂੰ ਆਨਸਰ ਕਰਾਂਗੇ। ਇੱਕ ਸਾਥੀ ਨੇ ਲਿਖਿਆ, ਨੀਰਜ ਗਰਗ ਹੈ ਸਾਡੇ ਮੇਰੇ ਜ਼ਿਲ੍ਹੇ ਤੋਂ ਹੈ, ਸੰਗਰੂਰ ਤੋਂ, ਧੂਰੀ ਤੋਂ। ਇਹਨਾਂ ਨੇ ਇਹ ਗੱਲ ਲਿਖੀ ਹੈ ਕਿ ਕਈ ਸਕੂਲਾਂ ਨੇ ਆਪਣੀਆਂ 12 ਇੰਸਟਾਲਮੈਂਟਸ ਦੇ ਵਿੱਚ ਐਡਮਿਸ਼ਨ ਫੀਸ ਨੂੰ ਡਿਵਾਈਡ ਕਰਤਾ ਹੈ। ਦੇਖੋ, ਮੈਂ ਇਹਦੇ 'ਚ ਇਹ ਕਹਿਣਾ ਚਾਹੁੰਦਾ, ਜਿੰਨੀ ਦੇਰ ਸਾਡੇ ਸਕੂਲਸ ਨਹੀਂ ਖੁੱਲ੍ਹਦੇ, ਜਿੰਨੀ ਦੇਰ ਸਾਡੇ ਸਕੂਲਸ ਬੰਦ ਹੈ, ਉਨੀ ਦੇਰ ਸਕੂਲਸ ਬੰਦ ਹੈ ਤੇ ਉਹਨਾਂ ਨੂੰ ਲੋਕਡਾਊਨ ਪੀਰੀਅਡ ਮੰਨਿਆ ਜਾਊਗਾ। ਔਰ ਜਦੋਂ ਸਕੂਲ ਖੁੱਲ੍ਹ ਜਾਣਗੇ ਉਸ ਤੋਂ ਬਾਅਦ ਜਿਹੜਾ ਰਿਮੇਨਿੰਗ ਪੀਰੀਅਡ ਹੈ ਉਸ ਦੇ ਵਿੱਚ ਤੁਸੀਂ ਆਪਣੇ ਓਨੇ ਰੈਸ਼ਨਲ ਦੇ ਹਿਸਾਬ ਨਾਲ ਤੁਸੀਂ ਆਪਣੀ ਐਡਮਿਸ਼ਨ ਫੀਸ ਨੂੰ ਚਾਰਜ ਕਰ ਸਕਦੇ ਜਦੋਂ ਬੱਚੇ ਸਾਡੇ ਸਕੂਲ 'ਚ ਜਾਣ ਲੱਗ ਜਾਣਗੇ। ਇਹਦਾ ਮਤਲਬ ਇਹ ਹੋਇਆ ਕਿ ਜੇ ਸਕੂਲ 3 ਮਹੀਨਿਆਂ ਬਾਅਦ ਖੁੱਲ੍ਹਦੇ ਹੈ ਤੇ 9 ਮਹੀਨੇ ਰਹਿ ਜਾਂਦੇ ਹੈ, ਤੇ 9 ਮਹੀਨਿਆਂ ਦੇ ਹਿਸਾਬ ਨਾਲ ਜਿੰਨੀ ਐਡਮਿਸ਼ਨ ਫੀਸ ਬਣਦੀ ਹੈ ਉਨੀ ਹੀ ਐਡਮਿਸ਼ਨ ਫੀਸ ਪੇ ਕਰਨ ਦੀ ਜ਼ਰੂਰਤ ਹੈ, ਕਿਉਂਕਿ ਅਦਰਵਾਈਜ਼ ਤਾਂ ਇਹ ਬੜਾ ਡਿਫਿਕਲਟ ਗੱਲ ਹੋ ਜੂਗੀ ਜੇ ਆਪਾਂ 9 ਮਹੀਨਿਆਂ ਦੇ ਵਿੱਚ ਹੀ 12 ਮਹੀਨਿਆਂ ਦੀ ਫੀਸ ਨੂੰ ਕਰਤਾ, ਤੇ ਫਿਰ ਤਾਂ ਕੋਈ ਰਿਲੀਫ ਹੀ ਨਾ ਮਿਲਿਆ। ਤੋ ਇਸ ਕਰਕੇ ਕਲੀਅਰ ਇੰਸਟਰਕਸ਼ਨਸ ਇਹ ਅਸੀਂ ਦਿੱਤੀਆਂ, ਔਰ ਮੈਨੂੰ ਪੂਰਾ ਵਿਸ਼ਵਾਸ ਹੈ ਜਿਸ ਤਰ੍ਹਾਂ ਨੀਰਜ ਜੀ ਨੇ ਕਿਹਾ, ਇਸ ਤਰ੍ਹਾਂ ਹੋਰ ਬਹੁਤ ਸਾਰੇ ਸਾਥੀਆਂ ਨੇ ਕਿਹਾ, ਔਰ ਆਪਾਂ ਇਸ ਗੱਲ ਨੂੰ ਇਹ ਗੱਲ ਕਰਨ ਤੋਂ ਬਾਅਦ ਇਹਨੂੰ ਪੂਰਾ ਕਰਾਂਗੇ। ਇਸੇ ਤਰੀਕੇ ਨਾਲ ਮੋਹਾਲੀ ਤੋਂ ਸਮਰਾ ਜੀ ਨੇ ਇੱਕ ਗੱਲ ਲਿਖੀ ਹੈ, ਉਹਦੇ 'ਚ ਉਹਨਾਂ ਨੇ ਕਿਹਾ ਕਿ ਸਬਜੈਕਟਸ ਆਰ ਥਰੂ ਆਨਲਾਈਨ ਕਲਾਸਿਸ ਓਨਲੀ 2 ਸਬਜੈਕਟਸ ਆਰ ਟੌਟ, ਕਿ ਸਿਰਫ 2 ਸਬਜੈਕਟਸ ਪੜ੍ਹਾਏ ਜਾਂਦੇ ਹੈ ਤੇ ਫੀਸ ਪੂਰੀ, ਟਿਊਸ਼ਨ ਫੀਸ ਪੂਰੀ ਲਿੱਤੀ ਜਾਂਦੀ ਹੈ। ਦੇਖੋ, ਜਿੱਥੇ ਤੱਕ ਟਿਊਸ਼ਨ ਫੀਸ ਦੀ ਗੱਲ ਹੈ, ਸਕੂਲ ਨੇ ਤੇ ਟੀਚਰਸ ਨੇ ਤੇ ਮੈਨੇਜਮੈਂਟਸ ਨੇ ਆਪਣੇ ਬੱਚਿਆਂ ਦਾ ਕੋਰਸ ਪੂਰਾ ਕਰਨਾ ਹੈ ਔਰ ਸਿਲੇਬਸ ਪੂਰਾ ਕਰਨਾ ਹੈ। ਉਹ ਕਿਸ ਤਰ੍ਹਾਂ ਪੂਰਾ ਹੋਣਾ ਹੈ ਇਹ ਸਕੂਲਾਂ ਨੇ ਦੇਖਣਾ ਹੈ। ਆਪਾਂ ਸਭ ਨੂੰ ਪਤਾ ਹੈ ਕਿ ਆਪਾਂ ਵੀ ਕਦੇ ਕੋਈ ਇਹ ਗੱਲ ਨੂੰ ਸੋਚਿਆ ਨਹੀਂ ਸੀ ਕਿ ਕਰੋਨਾ ਦੀ ਮਹਾਮਾਰੀ ਕਰਕੇ ਸਕੂਲ ਬੰਦ ਹੋ ਜਾਣਗੇ, ਔਰ ਜੇ ਸਕੂਲ ਬੰਦ ਹੋ ਗਏ ਤੇ ਜੇ ਸਾਡੇ ਕੋਲ ਕੋਈ ਸਮਾਂ ਬਚਿਆ ਹੈ, ਜਿਹੜਾ ਸਮਾਂ ਬਚਿਆ ਹੈ ਉਸ ਦੇ ਵਿੱਚ ਹੀ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਉਣਗੇ ਤੇ ਪੜ੍ਹਾ ਕੇ ਆਪਣੇ ਬੱਚਿਆਂ ਦਾ ਕੋਰਸ ਪੂਰਾ ਕਰਨਗੇ, ਤਾਂ ਹੀ ਸਾਡੇ ਬੱਚੇ ਅਗਲੀ ਕਲਾਸਾਂ 'ਚ ਜਾਣਗੇ। ਅੱਜ ਤਾਂ ਹਲੇ ਜਿਹੜੇ ਬੱਚੇ ਪਹਿਲੀ ਤੋਂ ਲੈ ਕੇ 10ਵੀਂ 11ਵੀਂ ਤੱਕ ਪੜ੍ਹ ਰਹੇ ਹੈ ਉਹਨਾਂ ਦੀ ਤਾਂ ਕੋਈ ਕੈਰੀਅਰ ਕਲਾਸਿਸ ਨਹੀਂ ਹੈ, ਪਰ ਲੇਕਿਨ ਜੇ ਆਪਾਂ ਉਹਨਾਂ ਨੂੰ ਉਹਨਾਂ ਦੇ ਹਰ ਸਾਲ ਦਾ ਕੋਰਸ ਪੂਰਾ ਕਰਾਉਣ ਵਾਸਤੇ ਕੋਈ ਕਮੀ ਛੱਡ ਦਾਂਗੇ ਤਾਂ ਉਹ ਜਦੋਂ ਆਪਣੇ ਪ੍ਰੋਫੈਸ਼ਨਲ ਕੋਰਸ ਵਿੱਚ ਜਾਣ ਵਾਸਤੇ ਉਹਨਾਂ ਦੇ ਮਾਰਕਸ ਦੀ ਲੋੜ ਹੋਊਗੀ, ਤਾਂ ਜੇ ਉਹ ਅੱਜ ਪਿੱਛੇ ਰਹਿ ਗਏ ਤਾਂ ਫਿਰ ਸਾਰੀ ਉਮਰ ਪਿੱਛੇ ਰਹਿ ਜਾਣਗੇ। ਤੋ ਇਸ ਕਰਕੇ ਜਿਹੜੇ ਲੋਕ ਪ੍ਰਾਈਵੇਟ ਸਕੂਲਾਂ ਦੀ ਇੱਕ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਆਪਣਾ ਸਿਲੇਬਸ ਪੂਰਾ ਕਰਾਉਣ ਵਾਸਤੇ ਉਹ ਆਪਣੇ ਹਰ ਚੀਜ਼ ਦੇ ਉੱਪਰ ਗੱਲ ਕਰਨ। ਇਸ ਤੋਂ ਇਲਾਵਾ ਇੱਕ ਸਵਾਲ ਫਤਿਹਗੜ੍ਹ ਸਾਹਿਬ ਤੋਂ ਦੁਬਾਰਾ ਬੈਂਸ ਸਾਹਿਬ ਹੈ, ਕੋਈ ਦਵਿੰਦਰ ਬੈਂਸ ਜੀ, ਉਹਨਾਂ ਨੇ ਲਿਖਿਆ, ਉਹਦੇ 'ਚ ਵੀ ਉਹਨਾਂ ਨੇ ਡਰਾਈਵਰ ਤੇ ਕੰਡਕਟਰਸ ਦੀ ਸੈਲਰੀ ਵਾਸਤੇ ਗੱਲ ਕੀਤੀ ਹੈ ਕਿ ਸਾਨੂੰ ਇੰਸ਼ੋਰੈਂਸ ਦੇਣੀ ਪੈਂਦੀ ਹੈ ਔਰ ਸਾਨੂੰ ਆਪਣਾ ਨਾਲ ਦੇ ਨਾਲ ਟੈਕਸ ਭਰਨੇ ਪੈਂਦੇ ਆ, ਤੇ ਅਸੀਂ ਕਿਸ ਤਰ੍ਹਾਂ ਡਰਾਈਵਰਾਂ ਤੇ ਕੰਡਕਟਰਾਂ ਦੀ ਸੈਲਰੀਜ਼ ਦਈਏ ਕਿਉਂਕਿ ਸਾਨੂੰ ਫੀਸ ਪੂਰੀ ਨਹੀਂ ਮਿਲ ਰਹੀ ਕਿ ਸਾਨੂੰ ਟਰਾਂਸਪੋਰਟੇਸ਼ਨ ਫੀਸ ਨਹੀਂ ਮਿਲ ਰਹੀ। ਤੇ ਮੈਂ ਪਹਿਲਾਂ ਵੀ ਇਹ ਗੱਲ ਦਾ ਜਵਾਬ ਦਿੱਤਾ ਹੈ ਔਰ ਮੈਂ ਹੁਣ ਵੀ ਕਹਿਣਾ ਚਾਹੁੰਦਾ ਕਿ ਕਰੋਨਾ ਕਿਸ ਨੂੰ ਨਹੀਂ ਪਤਾ ਸੀ ਆ ਜਾਊਗਾ, ਤੇ ਅੱਜ ਆਪਾਂ ਹਾਲੇ 2-3 ਮਹੀਨੇ ਅਸੈਸ ਕਰ ਲਈਏ, ਇਹਦੇ ਉੱਪਰ ਇੱਕ ਕੰਸੀਡਰੇਟ ਵਿਊ ਲੈ ਕੇ ਸਰਕਾਰ ਦੇ ਕੋਲ ਰੱਖਾਂਗੇ। ਅਸੀਂ ਉਹ ਲੋਕਾਂ ਨੂੰ ਵੀ ਕੋਈ ਜ਼ਿਆਦਾ ਤੰਗ ਨਹੀਂ ਕਰਨਾ ਚਾਹੁੰਦੇ, ਪਰ ਮੈਨੂੰ ਪਤਾ ਹੈ ਕਿ ਹਰ ਪ੍ਰਾਈਵੇਟ ਸਕੂਲ ਦਾ ਆਪਣੇ ਮੈਨੇਜਮੈਂਟ ਦੇ ਨਾਲ ਕੋਈ ਵੀ ਆਪਣੇ ਚੰਗੇ ਡਰਾਈਵਰ ਨੂੰ ਤੇ ਚੰਗੇ ਕੰਡਕਟਰ ਨੂੰ ਛੱਡਣਾ ਨਹੀਂ ਚਾਹੁੰਦਾ। ਹਰ ਸਾਥੀ ਨੂੰ ਆਪਣੇ ਬੰਦਿਆਂ ਦੀ ਲੋੜ ਹੈ। ਔਰ ਦੂਜੇ ਪਾਸੇ ਮੈਂ ਇਹ ਵੀ ਅੰਡਰਸਟੈਂਡ ਕਰਦਾ ਕਿ ਜਿਹੜਾ ਕੋਈ ਪ੍ਰਾਈਵੇਟ ਟਰਾਂਸਪੋਰਟਰ ਹੈ ਔਰ ਉਹ ਆਪਣੀ ਪ੍ਰਾਈਵੇਟ ਟਰਾਂਸਪੋਰਟ ਸਕੂਲ ਨੂੰ ਦੇ ਰਿਹਾ ਬੱਚਿਆਂ ਦੀ ਢੋਆ ਢੁਆਈ ਵਾਸਤੇ, ਉਹ ਪ੍ਰਾਈਵੇਟ ਟਰਾਂਸਪੋਰਟਰ ਨੂੰ ਵੀ ਸਸਟੇਨ ਕਰਨ ਦੀ ਲੋੜ ਹੈ। ਇਸ ਕਰਕੇ ਮੈਂ ਕਿਹਾ ਕਿ ਜੇ ਮੈਂ ਪ੍ਰਾਈਵੇਟ ਟਰਾਂਸਪੋਰਟਰ ਜਿਹੜੇ ਟਰਾਂਸਪੋਰਟਰਸ ਹੈ ਸੈਪਰੇਟਲੀ ਤੇ ਉਹ ਗੱਲ ਕਰ ਰਹੇ ਤਾਂ ਅਸੀਂ ਇੱਕ ਵਾਰ
ਇਹ ਦੇਖਦੇ ਹਾਂ ਕਿ ਕਰੋਨਾ ਕਦੋਂ ਖਤਮ ਹੁੰਦਾ ਹੈ। ਉਸ ਤੋਂ ਬਾਅਦ ਇਹਨੂੰ ਸਰਕਾਰ ਦੇ ਪੱਧਰ ਤੇ ਇੱਕ ਕੰਸੀਡਰਡ ਵਿਊ ਵਾਸਤੇ ਰੱਖਾਂਗੇ। ਜੇ ਕੋਈ ਜ਼ਿਆਦਾ ਲੰਬਾ ਚੱਲ ਜਾਂਦਾ ਹੈ, ਤੁਹਾਨੂੰ ਸਾਰਿਆਂ ਨੂੰ ਇਹ ਵੀ ਪਤਾ ਹੈ ਕਿ 2-3 ਸਾਲਾਂ ਬਾਅਦ ਬਹੁਤ ਚੰਗੇ ਬਜਟ ਪੰਜਾਬ ਸਰਕਾਰ ਨੇ ਪੇਸ਼ ਕੀਤਾ ਸੀਗਾ। ਸਾਡੇ ਕੋਲ ਵੀ ਇਨੀਸ਼ੀਅਲੀ ਜਦੋਂ ਪਿਛਲੀ ਸਰਕਾਰ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਆਈ, ਕੈਪਟਨ ਅਮਰਿੰਦਰ ਸਿੰਘ ਜੀ ਨੇ ਸੂਬੇ ਦੀ ਵਾਗਡੋਰ ਸੰਭਾਲੀ, ਉਸ ਵੇਲੇ ਫਾਈਨੈਂਸ਼ੀਅਲ ਹਾਲਤ ਵੀ ਬਹੁਤ ਜ਼ਿਆਦਾ ਚੰਗੀ ਨਹੀਂ ਸੀ, ਤੇ ਅਸੀਂ ਵੀ ਪਿਛਲੇ 2-3 ਸਾਲ ਦੇ ਵਿੱਚ ਉਸ ਨੂੰ ਠੀਕ ਕਰਤਾ ਸੀ। ਔਰ ਇਸ ਵਾਰ ਬਹੁਤ ਸੋਹਣਾ ਬਜਟ ਫਾਈਨੈਂਸ ਡਿਪਾਰਟਮੈਂਟ ਨੇ ਸਾਡੇ ਸਰਕਾਰ ਨੇ ਪੇਸ਼ ਕੀਤਾ ਸੀ ਔਰ ਪੰਜਾਬ ਦੇ ਲੋਕਾਂ ਦੇ ਹਿੱਤ ਵਾਸਤੇ ਕੀਤਾ ਸੀ। ਸੋ ਲੁਕਿੰਗ ਐਟ ਦੈਟ, ਲੁਕਿੰਗ ਐਟ ਕਿ ਅੱਜ ਕੋਈ ਟੈਕਸ ਆਣਾ ਬੰਦ ਹੋ ਗਿਆ, ਹਰ ਜਗ੍ਹਾ ਦੇ ਉੱਪਰ GST ਆਣਾ ਬੰਦ ਹੋ ਗਿਆ, ਹਰ ਚੀਜ਼ ਦੀ ਸੇਲਸ ਬੰਦ ਹੋ ਗਈਆਂ, ਸਰਕਾਰ ਦੀ ਆਮਦਨ ਬੰਦ ਹੋ ਗਈ, ਹਰ ਚੀਜ਼ ਨੂੰ ਨੈਟ ਇੰਪੈਕਟ ਇਫੈਕਟ ਹੋ ਰਿਹਾ ਹੈ। ਉਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਕੀ ਫਾਈਨੈਂਸ਼ੀਅਲ ਪੋਜੀਸ਼ਨ ਬਣਦੀ ਹੈ, ਉਸ ਨੂੰ ਗੱਲ ਦੇ ਸੋਚਦੇ ਹੋਏ ਆਪਾਂ ਇਸ ਦੇ ਉੱਪਰ ਫੈਸਲਾ ਕਰਾਂਗੇ। ਇੱਕ ਸਾਡੇ ਜਸਪ੍ਰੀਤ ਸਿੰਘ ਹੈ ਲੁਧਿਆਣੇ ਤੋਂ, ਉਹਨਾਂ ਨੇ ਲਿਖਿਆ ਹੈ ਕਿ ਇਹ ਸਕੂਲ ਕਦ ਖੁੱਲ੍ਹਣਗੇ। ਦੇਖੋ ਭਾਜੀ, ਗੱਲ ਇਹ ਹੈ ਜਸਪ੍ਰੀਤ ਜੀ, ਇਹ ਮੈਨੂੰ ਬਹੁਤ ਸਾਰੇ ਬੱਚੇ, ਮੈਂ ਕੱਲ ਵੀ ਸੰਗਰੂਰ ਸੀਗਾ ਤੇ ਉਸ ਤੋਂ 2 ਦਿਨ ਪਹਿਲਾਂ ਵੀ ਮੈਂ ਸੰਗਰੂਰ ਦੇ ਵਿੱਚ ਸੀਗਾ, ਬਹੁਤ ਸਾਰੇ ਬੱਚੇ ਮੈਨੂੰ ਇਹ ਪੁੱਛ ਲੈਂਦੇ ਹੈ ਕਿ ਜੀ ਸਰ ਅੰਕਲ ਸਕੂਲ ਖੁਲਵਾ ਦਿਓ। ਬੱਚੇ ਕਹਿ ਦਿੰਦੇ ਆ ਕਿ ਸਰ ਸਕੂਲ ਕਦ ਖੁੱਲੂਗਾ। ਮੈਂ ਤਾਂ ਆਪ ਚਾਹੁੰਦਾ ਜਲਦੀ ਖੁੱਲੇ, ਪਰ ਲੇਕਿਨ ਤੁਹਾਨੂੰ ਪਤਾ ਕਿ ਇਹ ਜਿਹੜਾ ਸਕੂਲ ਖੁੱਲ੍ਹਣ ਦਾ ਪ੍ਰੋਗਰਾਮ ਹੈ, ਇਹ ਬੜਾ ਇੱਕ ਪਾਸੋਂ ਬੜਾ ਡੇਂਜਰਸ ਵੀ ਹੈ, ਕਿਉਂਕਿ ਪਹਿਲੀ ਗੱਲ ਤਾਂ ਇਹ ਪਿਰਾਮਿਡ ਦਾ ਲਾਸਟ ਫੈਕਟਰ ਦੇ ਉੱਪਰ ਆਉਂਦਾ, ਤੇ ਨਾ ਤਾਂ ਭਾਰਤ ਸਰਕਾਰ ਨੇ ਹਾਲੇ ਤੇ ਕੋਈ ਗਾਈਡਲਾਈਨ ਕੱਢੀ ਹੈ, ਤੇ ਨਾ ਅਸੀਂ ਬੱਚਿਆਂ ਦੀ ਸੇਫਟੀ ਤੇ ਸਿਕਿਉਰਿਟੀ ਨੂੰ ਪ੍ਰਾਈਮ ਰੱਖ ਰਹੇ ਹਾਂ, ਤੇ ਉਸ ਦੇ ਉੱਪਰ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ। ਔਰ ਇਹੀ ਇੱਕ ਕਾਰਨ ਸੀ ਕਿ ਅਸੀਂ 10ਵੀਂ ਦੇ ਜਿਹੜੇ ਬੱਚੇ ਸੀ ਜਾਂ 5ਵੀਂ ਤੇ 8ਵੀਂ ਦੀ ਜਿਹੜੀਆਂ ਸਾਡੇ ਜਿਹੜੇ ਬੱਚੇ ਸੀਗੇ, ਅਸੀਂ ਉਹਨਾਂ ਨੂੰ ਬਿਨਾਂ ਐਗਜ਼ਾਮਸ ਲਿੱਤੇ ਪ੍ਰਮੋਟ ਕੀਤਾ ਤਾਂ ਕਿ ਉਹ ਆਪਣੀ ਪੜ੍ਹਾਈ ਦੇ ਵਿੱਚ ਵੀ ਪਿੱਛੇ ਨਾ ਰਹਿਣ, ਤੇ ਉਹ ਆਪਣੇ ਬੱਚੇ ਆਪਣੀ ਅਗਲੀ ਕਲਾਸ ਦੀ ਪੜ੍ਹਾਈ ਵੀ ਸ਼ੁਰੂ ਕਰ ਸਕਣ, ਤਾਂ ਕਿ ਉਹ ਸੋਸ਼ਲ ਡਿਸਟੈਂਸਿੰਗ ਵੀ ਮੇਨਟੇਨ ਹੋਵੇ। ਕਿਉਂਕਿ ਬੱਚਿਆਂ ਨੂੰ ਕੰਟਰੋਲ ਕਰਨਾ ਬੜਾ ਔਖਾ ਹੁੰਦਾ ਹੈ। ਜਦੋਂ ਬੱਚੇ ਸਕੂਲ 'ਚ ਆ ਜਾਂਦੇ ਹੈ ਤੇ ਫਿਰ ਉਹ ਕਈ ਵਾਰ ਖੁਸ਼ੀ 'ਚ ਇੰਨੇ ਹੁੰਦੀ ਆ ਆਪਣੇ ਦੋਸਤਾਂ ਨੂੰ ਮਿਲ ਕੇ, ਕਿਉਂਕਿ ਉਹਨਾਂ 'ਚ ਇੰਨੀ ਵਾਈਬਰੈਂਸ ਹੁੰਦੀ ਆ ਬੱਚਿਆਂ 'ਚ ਕਿ ਉਹ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਹੀ ਨਹੀਂ ਕਰ ਪਾਉਂਦੇ। ਤੇ ਉਹ ਜਦੋਂ ਕਿਉਂਕਿ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਨਹੀਂ ਕਰ ਪਾਉਂਦੇ, ਤਾਂ ਉਹਨਾਂ ਦੇ ਮਨ ਦੇ ਵਿੱਚ ਆ ਜਾਂਦਾ ਹੈ ਕਿ ਅਸੀਂ ਸਾਰੇ ਬੱਚਿਆਂ ਦੇ ਮਨ ਦੇ ਵਿੱਚ ਆ ਜਾਂਦਾ ਹੈ ਕਿ ਅਸੀਂ ਸਾਰੇ ਆਪਣਾ ਖੇਲੀਏ ਕੁੱਦੀਏ, ਆਪਣੀ ਕਲਾਸ ਦੇ ਵਿੱਚ ਆਪਣੇ ਫਰੈਂਡਸ ਨਾਲ ਇੰਜੋਏ ਕਰੀਏ। ਤਾਂ ਇਹ ਸਾਰੀ ਗੱਲਾਂ ਨੂੰ ਦੇਖਦੇ ਹੋਏ ਔਰ ਬੱਚਿਆਂ ਦੀ ਸੇਫਟੀ ਤੇ ਸਿਕਿਉਰਿਟੀ ਨੂੰ ਦੇਖਦੇ ਹੋਏ, ਜਾਂ ਕਰੋਨਾ ਦੀ ਪੈਂਡੇਮਿਕ ਦੀ ਸਿਚੁਏਸ਼ਨ ਨੂੰ ਪੂਰੇ ਦੇਸ਼ ਦੇ ਵਿੱਚ ਦੇਖਦੇ ਹੋਏ, ਸਾਡੇ ਮਨ ਦੇ ਵਿੱਚ ਇਹੀ ਗੱਲ ਹੈ ਕਿ ਅਸੀਂ ਸਾਰੇ ਬੱਚਿਆਂ ਨੂੰ ਹਲੇ ਸਕੂਲ ਖੋਲ੍ਹਣ ਵਾਸਤੇ ਉਦੋਂ ਤੱਕ ਅਸੀਂ ਆਪਣੇ ਮਨ ਨੂੰ ਨਹੀਂ ਬਣਾ ਰਹੇ ਜਿੰਨੀ ਦੇਰ ਤੱਕ ਇਹ ਕਰੋਨਾ ਦੀ ਮਹਾਮਾਰੀ 100% ਠੀਕ ਨਹੀਂ ਹੋ ਜਾਂਦੀ। ਇਸ ਤੋਂ ਬਾਅਦ ਜਲੰਧਰ ਤੋਂ ਇੱਕ ਹੋਰ ਸਵਾਲ ਮੇਰੇ ਕੋਲ ਆਇਆ ਹੈ, ਜਿਹਦੇ 'ਚ ਕਿਹਾ ਗਿਆ ਹੈ ਕਿ ਬੁੱਕਸ ਵਾਸਤੇ ਵਿਪਨ ਸ਼ਰਮਾ ਜੀ ਹੈ ਕੋਈ ਜਲੰਧਰ ਤੋਂ, ਉਹਨਾਂ ਨੇ ਕਿਹਾ ਕਿ ਜਿਹੜੀਆਂ ਨਵੇਂ ਸੈਸ਼ਨ ਦੀਆਂ ਬੁੱਕਸ ਹੈ ਉਹ 5000 ਰੁਪਏ ਕੋਸਟ ਕਰਦੀਆਂ, ਕਿ ਇਹ ਪੈਂਡੇਮਿਕ ਮਾਹੌਲ ਦੇ ਵਿੱਚ ਬੜੀ ਇਰੈਲੇਵੈਂਟ ਜੀ ਗੱਲ ਹੈ। ਬਿਲਕੁਲ ਠੀਕ ਹੈ, ਮੈਂ ਤੁਹਾਨੂੰ ਪਹਿਲਾਂ ਕਹਿ ਕੇ ਚੁੱਕੇ ਹਾਂ ਕਿ ਸਰਕਾਰ ਦਾ ਕਲੀਅਰ ਆਰਡਰ ਹੈ, ਪਹਿਲਾਂ ਤੋਂ ਵੀ ਆਇਆ ਹੋਇਆ, ਅਸੀਂ ਦੁਬਾਰਾ ਵੀ 6 ਜਾਂ 7 ਅਪ੍ਰੈਲ ਨੂੰ ਦੁਬਾਰਾ ਆਰਡਰ ਕੱਢਿਆ ਸੀ, ਜਿਸ 'ਚ ਅਸੀਂ ਕਿਹਾ ਕਿ ਕੋਈ ਸਕੂਲ ਕਿਸੇ ਪੇਰੈਂਟਸ ਨੂੰ ਫੋਰਸ ਨਹੀਂ ਕਰ ਸਕਦਾ ਕਿ ਜਿਹੜੀਆਂ ਕਿਤਾਬਾਂ ਉਹ ਸਾਡੇ ਸਕੂਲ 'ਚੋਂ ਖਰੀਦਣੀਆਂ। ਸਾਰੇ ਸਕੂਲਾਂ ਦੀਆਂ ਵੈਬਸਾਈਟ ਦੇ ਉੱਪਰ ਹਰ ਕਲਾਸ ਦੀਆਂ ਕਿਤਾਬਾਂ ਨੂੰ ਡਿਸਪਲੇ ਕੀਤਾ ਗਿਆ, ਔਰ ਉਹਨਾਂ ਦੇ ਰਾਹੀਂ ਹੀ ਤੁਸੀਂ ਆਪਣਾ ਬੱਚਿਆਂ ਨੇ ਸਕੂਲਾਂ ਦੇ ਆਪਣੇ ਬੁੱਕਸ ਨੂੰ ਬਾਏ ਕਰਨਾ ਹੈ, ਚਾਹੇ ਉਹ ਪ੍ਰਾਈਵੇਟ ਦੁਕਾਨਾਂ ਤੋਂ ਜਾ ਕੇ ਬਾਏ ਕਰੋ, ਚਾਹੇ ਬਾਜ਼ਾਰ 'ਚੋਂ ਬਾਏ ਕਰੋ, ਤੇ ਚਾਹੇ ਸਕੂਲ ਦੀ ਟੱਕ ਸ਼ਾਪ 'ਚੋਂ ਬਾਏ ਕਰੋ, ਜਿੱਥੋਂ ਸਸਤੀਆਂ ਮਿਲਦੀਆਂ ਉੱਥੋਂ ਲੈ ਲਓ। ਇਹ ਕਲੀਅਰ ਇੰਸਟਰਕਸ਼ਨਸ ਹੈ, ਔਰ ਜੇ ਫਿਰ ਵੀ ਕੋਈ ਦਿੱਕਤ ਆਵੇ ਤਾਂ ਸਾਡੇ ਨੋਡਲ ਆਫਿਸਰਸ ਨਾਲ ਤੁਸੀਂ ਸੰਪਰਕ ਕਰੋ, ਮੇਰੇ ਈਮੇਲ ਆਈਡੀ ਦੇ ਉੱਪਰ ਤੁਸੀਂ ਆਪਣੀ ਗੱਲ ਭੇਜ ਸਕਦੇ ਹੋ। ਇਸ ਤੋਂ ਇਲਾਵਾ ਇੱਕ ਸੁਮੀਤਾ ਸ਼ਰਮਾ ਜੀ ਦਾ ਸਵਾਲ ਆਇਆ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਸਾਡੇ ਸਕੂਲ ਦੇ ਵਿੱਚ ਪਿਛਲੇ ਸਾਲ 'ਚ ਅਸੀਂ ਬੱਚੇ ਪੜ੍ਹਾ ਰਹੇ ਸੀ, ਨਵੀਂ ਐਡਮਿਸ਼ਨ ਅਸੀਂ ਲਿੱਤੀ ਨਹੀਂ ਹਲੇ, ਤੇ ਹੁਣ ਸਕੂਲ ਵਾਲੇ ਪਹਿਲਾਂ ਐਡਮਿਸ਼ਨ ਫੀਸ ਮੰਗਦੇ ਆ ਤੇ ਉਸ ਤੋਂ ਬਾਅਦ ਉਹ ਸਾਨੂੰ ਐਡਮਿਸ਼ਨ ਦੇਣਗੇ। ਜੇ ਕੋਈ ਇਹੋ ਜਿਹੀ ਗੱਲ ਹੈਗੀ ਹੈ ਤੁਸੀਂ ਮੈਨੂੰ ਈਮੇਲ ਲਿਖ ਦਿਓ, ਮੈਂ ਚੈੱਕ ਕਰ ਲੈਣਾ ਕਿ ਕਿਹੜਾ ਸਕੂਲ ਹੈ। ਮੇਰਾ ਈਮੇਲ ਆਈਡੀ vijayindersingla@gmail.com ਹੈਗਾ, ਤਾਂ ਕਿ ਕੋਈ ਵੀ ਬੱਚਾ ਜਿਹੜਾ ਪਹਿਲਾਂ ਪਿਛਲੇ ਕਿਸੇ ਵੀ ਕਲਾਸ 'ਚ ਪਿਛਲੇ ਸਕੂਲ 'ਚ ਪੜ੍ਹਦਾ ਸੀ ਤੇ ਉਹ ਨਵੇਂ ਸਕੂਲ 'ਚ ਜਾਣਾ ਚਾਹੁੰਦਾ, ਫਿਰ ਵੱਖਰੀ ਗੱਲ ਹੈ, ਪਰ ਜੇ ਉਹ ਸੇਮ ਸਕੂਲ ਦੇ ਵਿੱਚ ਅਗਲੀ ਕਲਾਸ 'ਚ ਐਡਮਿਸ਼ਨ ਲੈਣਾ ਚਾਹੁੰਦਾ ਹੈ ਤੇ ਉਹਨੂੰ ਇਹ ਦਿੱਕਤ ਆ ਰਹੀ ਹੈ ਤੇ ਉਹਨੂੰ ਜਾਂ ਆਨਲਾਈਨ ਕਲਾਸਿਸ ਦੇ ਵਿੱਚੋਂ ਦੂਰ ਕੀਤਾ ਗਿਆ, ਤਾਂ ਉਹ ਬੱਚੇ ਮੇਰੇ ਨਾਲ ਈਮੇਲ ਦੇ ਉੱਪਰ ਮੈਨੂੰ ਪੇਰੈਂਟਸ ਲਿਖ ਸਕਦੇ ਤਾਂ ਮੈਂ ਉਸ ਗੱਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਇਸ ਤੋਂ ਇਲਾਵਾ ਗੁਰਦਾਸਪੁਰ ਤੋਂ ਸਵਾਲ ਆਇਆ ਕੁਲਦੀਪ ਪੁਰੇਵਾਲ ਜੀ ਦਾ, ਔਰ ਇਹ ਵਾਲਾ ਸਵਾਲ ਬਹੁਤ ਸਾਰੇ ਪੇਰੈਂਟਸ ਨੇ ਜਿਹੜੇ ਬੱਚੇ ਐਕੈਡੈਮਿਕਸ ਦੇ ਵਿੱਚ ਬੜੇ ਨੰਬਰ ਸਕੋਰ ਕਰਦੇ ਹੈ, ਉਹਨਾਂ ਨੇ ਬੜੇ ਪੇਰੈਂਟਸ ਨੇ ਕੀਤਾ ਹੈ ਕਿ ਕੀ ਇਹ ਕਰੋਨਾ ਦੀ ਮਹਾਮਾਰੀ ਕਰਕੇ ਕੋਈ ਸਿਲੇਬਸ ਰਿਡਿਊਸ ਹੋਊਗਾ ਇਸ ਸਾਲ ਦਾ। ਇਹ ਬਿਲਕੁਲ ਅਸੀਂ ਪ੍ਰਪੋਜ਼ ਕਰ ਰਹੇ ਹਾਂ
कि अगर 3 महीने स्कूल बंद रहंदे हैं, ये भारत सरकार नूं भी मैं सजैशन दित्ती है, मिनिस्ट्री ऑफ HRD नूं, क्योंकि अगर असी जिहड़े बच्चे अज 12वीं दे विच गए हैं तो जे असी उन्हां दे पूरे साल दे कोर्स नूं रिड्यूस नहीं करांगे तद तक उन्हां दी परफॉर्मेंस विच फर्क आऊगा। और इसे तरीके नाल जिहड़े प्रोफैशनल कोर्सिस भी इस साल शुरू हो रहे हैं, जिहड़े बच्चे 2020 विच एंटर करनगे, चाहे वो फर्स्ट ईयर च करनगे, चाहे वो इंजीनियरिंग च करनगे, चाहे वो MBBS च करनगे, ਜਿਹੜੇ च करनगे, मैं भारत सरकार ਨੂੰ ਇਹ ਵੀ ਕਿਹਾ कि तुसी एक ਸਮੈਸਟਰ ਨੂੰ अपना घटा दिए ताकि ਜਿਹੜੇ ਬੱਚਿਆਂ ਦੀ ਇਸ ਸਾਲ ਐਂਟਰੀ ਹੋਵੇ, अगर वैसे किसी कोर्स के 8 ਸਮੈਸਟਰ हैं ਅਸੀਂ ਉਹਨਾਂ ਨੂੰ 7 ਸਮੈਸਟਰ ਕਰ ਦਈਏ ਤਾਂ ਕਿ ਸਾਡੇ ਬੱਚਿਆਂ ਦੇ ਉੱਪਰ ਲੋਡ ਵੀ ਘੱਟ ਪਵੇ, ਸਾਲ ਵੀ ਉਹਨਾਂ ਦਾ ਖਰਾਬ ਨਾ ਹੋਵੇ ਤੇ ਬੱਚਿਆਂ ਨੂੰ ਵੱਡੇ ਪੈਮਾਨੇ ਤੇ ਫਾਇਦਾ ਹੋ ਸਕੇ। ਇਸ ਤੋਂ ਇਲਾਵਾ ਇੱਕ ਤਰਨਤਾਰਨ ਤੋਂ ਸਵਾਲ ਹੈ ਰੁਪਿੰਦਰਜੀਤ ਸੰਧੂ ਜੀ ਦਾ, ਜਿਸ 'ਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਸਾਡੇ ਬੱਚੇ ਹੈ कि इन्हों लॉकडाउन पीरियड जो खत्म हो जाऊगा उस तो बाद सारिया फीसा देनिया पैणगियां कि नहीं देनिया पैणगियां, क्योंकि मैं ये पहला भी गल कही सी, मैं दोबारा क्लैरीफाई कर देना होर बैटर तरीके दे नाल कि जिन्ना पीरियड रिमेनिंग पीरियड होगा, अज असी स्कूलों नूं ऑनलाइन क्लासिस जिहड़े स्कूल दे रहे हैं उन्होंने असी ट्यूशन फीस देने वास्ते असी लैन वास्ते असी अलाउ किया। जे 3 महीने लॉकडाउन चल जाता है फिर जिहड़े भी तुसी फैसिलिटीज़ यूज़ करोगे स्कूल दे, जे सपोज तुसी बसां यूज़ करोगे 9 महीने वास्ते तो तुसी 9 महीने वास्ते बच्चों की ट्रांसपोर्टेशन फीस देओगे। जे तुसी 9 महीने थोड़ा बच्चा स्कूल पढ़ता है तो जे 12 महीनों की एडमिशन फीस 12,000 सी, तो जे 9 महीने थोड़ा बच्चा स्कूल जाता है तो तुसी एडमिशन फीस 9,000 दे सकते हो। उन्ने पीरियड की एडमिशन फीस नूं अपने आप एमिकेबली तुसी रिड्यूस करके दे सकते हो। और मैनूं पूरा विश्वास है कि स्कूल्स इस गल नूं पूरा सपोर्ट करनगे, क्योंकि असी अपने बच्चों को अगर असी अज रिलीफ दिता है, पेरेंट्स को रिलीफ दिता है, और वो इसे कर वो रिलीफ तां ही ग्राउंड लैवल के उपर प्रॉपरली एग्जीक्यूट होगा जे असी इस गल नूं इस तरीके नाल इंप्लीमेंट करांगे। इस तो इलावा बठिंडे तो जगप्रीत सिंह है, उन्होंने लिखा है कि जो स्कूल के बच्चे कोई स्कूल का इंफ्रास्ट्रक्चर यूज़ नहीं कर रहे तो सिर्फ ओनली ऑनलाइन क्लासिस मिल रही हैं, कि एजुकेशन डिपार्टमेंट कोई ट्यूशन फीस फिक्स क्यों नहीं कर दिंदा लॉकडाउन पीरियड की ताकि स्कूल ज़्यादा चार्ज ना कर सकन। ये गल अपने पंजाब च वेरी करती है, कई जगह के उपर अड अड तरह के तरीके नाल फीस लीती जाती है, और सानू पिछले साल की पे स्लिप तो पता होंदा है कि ट्यूशन फीस कितनी सी, क्योंकि पहला जो पिछले साल असी, और ये भी गल मैं बिल्कुल पब्लिक डोमेन के क्लीयरली कहना चाहना है, पिछले साल की फीस तो इस साल की फीस के जी एनहांसमेंट क्लॉज होंदी सी, असी सरकार वालों ये भी ऑर्डर किया है कि इस बार कोई भी एनहांसमेंट चार्ज नहीं करूँगा। पिछले साल की जो फीस स्ट्रक्चर है, जे सपोज पिछले साल तुसी फीस दिंदे सीगे, ट्यूशन फीस तुसी 2,000 दिंदे सी, ते तुसी 1,000 कंप्यूटर फीस दिंदे सी, ते 1,000 तुसी किसी होर चीज़ की फीस दिंदे सी, वो सारियां फीसां दे जिहड़े पिछले साल के अड अड कंपोनेंट्स हैं, वो जिहड़ा ट्यूशन फीस का कंपोनेंट इस बार सिर्फ ट्यूशन फीस का कंपोनेंट देना है, और सिर्फ वो स्कूलों को देना जिहड़े स्कूल ऑनलाइन क्लासिस पढ़ा रहे हैं। इस तो इलावा साडे किसी ने मैनू लिखा है फिरोजपुर तो राजन जी ने, और कि साडा अगर इंटरनेट का पैक खत्म हो जाऊगा तो फिर असी की कर सकते हैं। देखो मैनू भी पता है कि करोना की महामारी करके असी भी सरकारी स्कूलों च बहुत तरीकों के नाल असी ऑनलाइन एजुकेशन चालू की है, चाहे वो व्हाट्सएप के राही से चालू की है, चाहे असी अपना वैब पोर्टल के राही चालू की है, चाहे असी इन्हों के चैनल्स लै रहे हैं, अपना दूरदर्शन के चैनल्स लेते हैं, असी होर भी उन्होंने चैनल्स लै रहे हैं, चाहे वो राही चालू की है। असी भी बहुत प्लेटफॉर्म्स के उपर ऑनलाइन एजुकेशन चालू की है, और मैं हर बंदे ने अपनी कोशिश की है कि असी उन्होंने चालू करके रखिए, और असी साड़ी कोशिश कर रहे हैं कि असी अपना लोगों को बर्डन भी ना करिए। और जिथे तक इंटरनेट पैक की तुसी गल की सी, मैं थोड़ा एग्जैक्ट वर्ड सुनना पुछना देखना चाहता सी, ये असी क्योंकि जो इंटरनेट की गल है उन्होंने पंजाब सरकार फ्री नहीं कर सकती, ये भारत सरकार का एक अदारा है BBNL, क्योंकि जो कम्यूनीकेशन डिपार्टमेंट है ये गवर्नमेंट ऑफ इंडिया के एक कंकरेंट लिस्ट नहीं आता, ये सेंट्रल लिस्ट के आता है, तो एक सेंट्रल गवर्नमेंट ही इस उपर गाइडलाइन बनाती है, तो भारत सरकार का एक BBNL डिपार्टमेंट है। असी उस दिन भी मेरी रविशंकर प्रसाद जी नाल वीडियो कॉन्फ्रेंसिंग सी, जिहड़े कि गवर्नमेंट ऑफ इंडिया के IT ते कम्यूनीकेशन के मिनिस्टर है, उन्होंने भी मैं गल रखी सी, ते नाल दी नाल रमेश पोखरियाल साहब जो साडे HRD मिनिस्टर है उन्होंने भी गल रखी सी, और अगर मैं कल्ले नहीं रखी, बाकी स्टेट्स के एजुकेशन मिनिस्टर्स ने भी ये गल रखा सी कि असी सारे BBNL के राही
ਜਿਹੜੇ ਸਾਡੇ ਸਭ ਤੋਂ ਜ਼ਿਆਦਾ ਗਰੀਬ ਪਰਿਵਾਰ ਹੈ ਉਹਨਾਂ ਨੂੰ ਅਸੀਂ ਡਾਟਾ ਪੈਕਸ ਵਾਸਤੇ ਕੋਈ ਨਾ ਕੋਈ ਪ੍ਰੋਵੀਜ਼ਨ ਬਣਾ ਕੇ ਦਈਏ, ਕਿਉਂਕਿ ਇਸ ਤੋਂ ਬਿਨਾਂ ਅਸੀਂ ਆਪਣੀ ਐਜੂਕੇਸ਼ਨ ਨੂੰ ਗਰਾਊਂਡ ਲੈਵਲ ਤੇ ਨਹੀਂ ਪਹੁੰਚਾ ਸਕਾਂਗੇ। ਹੁਣ ਵੀ ਮੈਨੂੰ ਪਤਾ ਹੈ ਅਸੀਂ ਜਾਂ ਪ੍ਰਾਈਵੇਟ ਸਕੂਲ ਜਿੰਨੇ ਮਰਜ਼ੀ ਮੈਕੈਨਿਜ਼ਮ ਅਸੀਂ ਆਨਲਾਈਨ ਕਲਾਸਿਸ ਦੇ ਬਣਾ ਲਈਏ, ਫਿਰ ਵੀ ਬਹੁਤ ਸਾਰੇ ਐਸੇ ਇਲਾਕੇ ਹੈ ਜਿੱਥੇ ਤੱਕ ਕਿਤੇ ਸਮਾਰਟਫੋਨ ਦੀ ਪ੍ਰੋਬਲਮ ਹੈ, ਕਿਸੇ ਜਗ੍ਹਾ ਦੇ ਉੱਪਰ ਇੰਟਰਨੈਟ ਦੀ ਕਨੈਕਟੀਵਿਟੀ ਦੀ ਪ੍ਰੋਬਲਮ ਹੈ, ਕਿਤੇ ਇੰਟਰਨੈਟ ਦੀ ਸਪੀਡ ਦੀ ਪ੍ਰੋਬਲਮ ਹੈ। ਤਾਂ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਸੀ ਕਿ ਯੂਨੀਵਰਸਲ ਮੈਕੈਨਿਜ਼ਮ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹਦੇ ਨਾਲ ਅਗਰ ਅੱਗੇ ਨੂੰ ਆਉਣ ਵਾਲੇ ਸਮੇਂ 'ਚ ਅਗਰ ਆਨਲਾਈਨ ਪੜ੍ਹਾਈ ਹੋਈ ਤਾਂ ਸਾਡੇ ਕਿਸੇ ਬੱਚੇ ਨੂੰ ਦਿੱਕਤ ਨਾ ਆਵੇ, ਚਾਹੇ ਉਹ ਟੀਵੀ ਦਾ ਮੈਕੈਨਿਜ਼ਮ ਹੋਊਗਾ ਤੇ ਚਾਹੇ ਉਹ ਕੋਈ ਹੋਰ ਪਲੇਟਫਾਰਮ ਦਾ ਮੈਕੈਨਿਜ਼ਮ ਹੋਊਗਾ। ਇਸ ਤੋਂ ਬਾਅਦ ਇੱਕ ਸਵਾਲ ਮੇਰੇ ਹੁਣ ਗੱਲ ਕਰਦੇ ਕਰਦੇ ਮੇਰੇ ਕੋਲੇ ਭੇਜਿਆ ਮੀਨਾਕਸ਼ੀ ਸ਼ਰਮਾ ਜੀ ਨੇ, ਜਿਸ 'ਚ ਉਹਨਾਂ ਨੇ ਲਿਖਿਆ ਹੈ ਕਿ ਜਿਹੜੀਆਂ 5 ਲੱਖ ਫੈਮਲੀਜ਼ ਹੈ ਉਹ ਆਲਮੋਸਟ ਪ੍ਰਾਈਵੇਟ ਸਕੂਲਸ ਦੇ ਉੱਪਰ ਉਹ ਡਿਪੈਂਡੈਂਟ ਹੈ। ਇਹ ਬਿਲਕੁਲ ਠੀਕ ਹੈ, ਉਹਨਾਂ ਨੇ ਕਿਹਾ ਇਹ, ਕਿਉਂਕਿ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਅੱਜ ਇੱਕ ਜਿਹੜੀ ਸਿਚੁਏਸ਼ਨ ਹੈ ਸਾਡੇ ਕੋਲੇ, ਇਹ ਇੱਕ ਬੜੀ ਅਨਪ੍ਰੈਡਿਕਟਡ ਸਿਚੁਏਸ਼ਨ ਹੈ, ਅਨਵਾਂਟਡ ਸਿਚੁਏਸ਼ਨ ਹੈ ਜਿਹੜੀ ਸਾਡੇ ਸਭ ਦੇ ਸਾਹਮਣੇ ਆ ਗਈ। ਔਰ ਮੈਂ ਇਹ ਸਮਝਦਾ ਹਾਂ ਕਿ ਅਸੀਂ ਇਹ ਸਾਰੇ ਇਸ ਸਿਚੁਏਸ਼ਨ ਨੂੰ ਦੇਖਦੇ ਹੋਏ ਆਪਾਂ ਨੂੰ ਆਪਣੇ ਸੀਮਿਤ ਅਦਾਰਿਆਂ ਵਿੱਚ ਰਹਿ ਕੇ ਹੀ ਸਾਨੂੰ ਕੰਮ ਕਰਨਾ ਪੈ ਰਿਹਾ ਹੈ। ਤਾਂ ਇਸ ਕਰਕੇ ਇਹ ਸਿਚੁਏਸ਼ਨ ਸਾਡੇ ਸਾਹਮਣੇ ਆ ਗਈ, ਅਲਾਰਮਿੰਗ ਸਿਚੁਏਸ਼ਨ। ਵੀ ਆਰ ਆਲ ਟਰਾਈਂਗ ਟੂ ਫਾਈਟ ਆਊਟ ਦ ਸਿਚੁਏਸ਼ਨ ਅੰਡਰ ਦੀ ਬੈਸਟ ਰਿਸੋਰਸਿਸ ਅਵੇਲੇਬਲ ਟੂ ਅਸ। ਤਾਂ ਜੋ ਜਿਸ ਤਰ੍ਹਾਂ ਦਾ ਸਾਡੇ ਕੋਲੇ ਰਿਸੋਰਸ ਅਵੇਲੇਬਲ ਹੈ ਅਸੀਂ ਉਸ ਤਰੀਕੇ ਨੂੰ ਅਸੀਂ ਕਰ ਰਹੇ ਹਾਂ। ਇਸ ਤੋਂ ਬਾਅਦ ਅਗਲਾ ਸਵਾਲ ਮੇਰੇ ਕੋਲੇ ਆਸ਼ੀਸ਼ ਗੁਪਤਾ ਜੀ ਦਾ ਆਇਆ ਹੈ, ਜਿਹਦੇ 'ਚ ਲਿਖਿਆ ਕਿ ਗਵਰਨਮੈਂਟ ਸ਼ੁੱਡ ਰਿਲੀਜ਼ ਡਾਟਾ ਆਫ ਐਕਸ਼ਨ ਟੇਕਨ ਅਗੇਂਸਟ ਸਕੂਲਸ। ਯੈਸ, 100% ਵੀ ਵਿਲ ਡੈਫੀਨੇਟਲੀ ਡੂ। ਤੁਸੀਂ ਮੈਨੂੰ ਅਗਰ ਆਪਣਾ ਈਮੇਲ ਆਈਡੀ ਆਪਣੇ ਸ਼ੇਅਰ ਕਰ ਦੋਗੇ ਤਾਂ ਮੈਂ ਤੁਹਾਨੂੰ ਸਾਰੇ ਪੰਜਾਬ ਦਾ ਡਾਟਾ ਭੇਜ ਦੂੰਗਾ। ਔਰ ਅਸੀਂ ਖਾਸ ਤੌਰ ਤੇ ਜਿਹੜੇ ਲੋਕਾਂ ਨੇ ਪਹਿਲਾਂ ਸਕੂਲਸ ਨੇ ਫਲਾਊਟ ਕੀਤਾ ਸੀਗਾ ਉਹਨਾਂ ਨੂੰ ਅਸੀਂ ਕੇਅਰਫੁਲ ਕੰਸੀਡਰੇਸ਼ਨ ਦੇ ਨਾਲ ਉਹਨਾਂ ਨੂੰ ਕਿਹਾ ਕਿ ਉਹਨਾਂ ਨੇ ਜਵਾਬ ਦਿੱਤਾ। ਕਿਸੇ ਨੇ ਕਿਹਾ ਮੈਨੂੰ ਨੋਟਿਸ ਨਹੀਂ ਮਿਲਿਆ ਸੀ, ਕਿਸੇ ਨੇ ਜਿਨ੍ਹਾਂ ਨੇ ਪਹਿਲਾਂ ਫੀਸ ਮੰਗ ਲਈ ਸੀਗੀ ਜਦੋਂ ਫੀਸ ਡੈਫਰਡ ਸੀਗੀ, ਤੇ ਜਿਹੜੇ ਬੰਦਿਆਂ ਨੇ ਸਾਨੂੰ ਉਸ ਵੇਲੇ ਨੋਟਿਸ ਅਸੀਂ ਕੱਢੇ ਤੇ ਅਸੀਂ ਉਹਨਾਂ ਦਾ ਜਦੋਂ ਉਹਨਾਂ ਦਾ ਰਿਪਲਾਈ ਸਾਡੇ ਕੋਲ ਸ਼ੋ ਕਾਜ਼ ਨੋਟਿਸ ਦਾ ਰਿਪਲਾਈ ਆਇਆ ਤੇ ਉਸ ਦੇ ਰਿਪਲਾਈ ਦੇ ਵਿੱਚ ਦੇ ਆਲ ਦੋਜ਼ ਸਕੂਲਸ ਆਰ ਅੰਡਰ ਕੇਅਰਫੁਲ ਮੋਨੀਟਰਿੰਗ ਫॉर 3 months and I must tell you I am very thankful to Ashish for raising such a beautiful question, such a good question, because this gives me an opportunity to answer। ਇਹ ਗੱਲ ਮੈਨੂੰ ਫਾਇਦਾ ਦਿੰਦੀ ਹੈ ਕਿ ਮੈਂ ਸਾਰੇ ਲੋਕਾਂ ਨੂੰ ਇਹ ਕਹਿ ਸਕਾਂ। ਮੈਂ ਇਹ ਗੱਲ ਬੜੀ ਸਖਤੀ ਨਾਲ ਕਹਿ ਰਿਹਾ, ਸਰਕਾਰ ਨੇ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਹੈ ਪੈਂਡੈਮਿਕ ਸਿਚੁਏਸ਼ਨ ਵਿੱਚ ਸਭ ਨੂੰ ਸਪੋਰਟ ਕਰਨ ਦੀ। ਔਰ ਮੈਂ ਇਹ ਗੱਲ ਤਾਂ ਤੁਹਾਨੂੰ ਕਹਿ ਰਿਹਾ ਕਿ ਜਿਹੜਾ ਐਕਸ਼ਨ ਅਸੀਂ ਜਿਹੜੇ ਸਕੂਲਸ ਰਿਪੀਟਡਲੀ ਫਲਾਊਟ ਕਰ ਰਹੇ ਹਾਂ, ਯੂ ਵਿਲ ਸਟਾਰਟ ਸੀਇੰਗ ਐਕਸ਼ਨਸ ਕਮਿੰਗ ਫਰਮ ਟੁਮਾਰੋ। ਐਂਡ ਜਿਹੜੇ ਬੰਦੇ ਐਕਸ਼ਨ ਦੇਖਣਾ ਚਾਹੁੰਦੇ ਮੇਰੇ ਪਬਲਿਕ ਡੋਮੇਨ ਦੇ ਉੱਪਰ ਐਕਸ਼ਨ ਪਿਆ ਹੋਊਗਾ ਕੱਲ ਤੋਂ ਬਾਅਦ। ਯੂ ਵਿਲ ਸੀ ਆ ਪਿਛਲੇ 2 ਦਿਨਾਂ ਦੇ ਵਿੱਚ ਮੈਨੂੰ ਪਤਾ ਹੈ I have looked at approximately 300 emails ਜਿਹੜੇ ਸਕੂਲ ਫਲਾਊਟ ਕਰ ਰਹੇ ਹਨ। ਔਰ ਮੈਂ ਪਿਛਲੇ 2-3 ਦਿਨਾਂ 'ਚ ਸਾਰੇ ਤੁਹਾਡੇ ਈਮੇਲਸ ਜਿਹੜੇ ਸਕੂਲਸ ਦੇ ਕੋਈ ਫਲਾਊਟ ਕਰ ਰਹੇ ਸੀਗੇ ਤੁਸੀਂ ਮੈਨੂੰ ਈਮੇਲ ਲਿਖੀ ਹੈ, ਮੈਂ ਤੁਹਾਨੂੰ ਵੀ ਰਿਪਲਾਈ ਲਿਖਿਆ ਉਹਦਾ, ਤੇ ਤੁਹਾਡੇ ਤੋਂ ਇਲਾਵਾ ਆਪਣੇ ਡਿਪਾਰਟਮੈਂਟ ਨੂੰ ਉਹ ਸਕੂਲਸ ਦੇ ਨਾਲ ਗੱਲ ਕਰ ਥਰੂ ਨੋਡਲ ਆਫਿਸਰਸ ਐਂਡ ਥਰੂ ਡੀਓਜ਼ ਗੱਲ ਕਰਨ ਵਾਸਤੇ ਆਪਣੇ ਨੂੰ ਰੈਕਟੀਫਾਈ ਕਰਨ ਵਾਸਤੇ ਵੀ ਕਿਹਾ। ਔਰ ਜਿਹੜੇ ਲੋਕ ਕੱਲ ਤੋਂ ਬਾਅਦ ਇਸ ਨੂੰ ਫਰਦਰ ਫਲਾਊਟ ਕਰਨਗੇ ਯੂ ਵਿਲ ਸੀ ਐਕਸ਼ਨ ਕਮਿੰਗ ਇਨ against each school after 24 hours to 48 hours, because we are going to be very strict। ਕਿਉਂਕਿ ਜੇ ਅਸੀਂ ਅੱਜ ਆਨਲਾਈਨ ਐਜੂਕੇਸ਼ਨ ਦੇ ਵਾਸਤੇ ਜਿਹੜੇ ਸਕੂਲਸ ਆਨਲਾਈਨ ਐਜੂਕੇਸ਼ਨ ਦੇ ਰਹੇ ਹਨ ਤੇ ਅਸੀਂ ਆਨਲਾਈਨ ਐਜੂਕੇਸ਼ਨ ਦੇ ਵਾਸਤੇ ਤੁਹਾਨੂੰ ਟਿਊਸ਼ਨ ਫੀਸ ਲੈਣਾ ਅਲਾਉ ਕੀਤਾ ਹੈ, ਤਾਂ ਆਈ ਥਿੰਕ ਇਟਸ ਮਾਈ ਰਿਸਪੌਂਸਿਬਿਲਿਟੀ ਟੂ ਲੁੱਕ ਐਟ ਫਰੋਮ ਦੀ ਅਦਰ ਪਰਸਪੈਕਟਿਵ ਆਲਸੋ। ਇਸ ਤੋਂ ਬਾਅਦ ਸਵਾਲ ਆਇਆ ਖੁਸ਼ੀ ਅਰੋੜਾ ਜੀ ਦਾ, ਜਿਸ 'ਚ ਉਹਨਾਂ ਨੇ ਪੁੱਛਿਆ ਹੈ ਕਿ ਟੀਚਰਸ ਆਰ ਨੇਸ਼ਨ ਬਿਲਡਰਸ, ਟੇਕ ਕੇਅਰ ਆਫ them। ਯੈਸ, ਮੈਂ ਤਾਂ ਹਮੇਸ਼ਾ ਆਈ ਸੈਲਿਊਟ ਮਾਈ ਟੀਚਰਸ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਸਾਡੇ ਸਕੂਲ ਦੇ ਜਿਹੜੇ ਸਕੂਲਾਂ 'ਚ ਪੜ੍ਹਾਉਣ ਵਾਲੇ ਟੀਚਰਸ ਹੈ ਦੇ ਆਰ ਬੈਕਬੋਨ ਆਫ ਆਰ ਟੀਚਿੰਗ ਡਿਪਾਰਟਮੈਂਟ। ਮੈਂ ਆਪਣੇ ਪੇਰੈਂਟਸ ਤੋਂ ਬਾਅਦ ਆਪਣੇ ਟੀਚਰਸ ਨੂੰ ਹਮੇਸ਼ਾ ਸੈਲਿਊਟ ਕਰਦਾ, ਬਿਕੋਜ਼ ਦੇ ਹੈਵ ਪਲੇਡ ਅ ਵੈਰੀ ਵੈਰੀ ਇੰਪੋਰਟੈਂਟ ਰੋਲ they have played a very very important role for nation building and for building our futures, and those people are our children of today। तो मैं इस करके ਇਹ ਕਹਿਣਾ ਚਾਹੁੰਦਾ ਕਿ ਸਾਰੇ ਪਹਿਲਾਂ ਮੈਂ ਓਪਨਿੰਗ ਰਿਮਾਰਕਸ ਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਜਿਹੜੇ ਸਾਡੇ ਬੱਚੀਆਂ ਸਾਡੇ ਜਿਹੜੀਆਂ ਸਕੂਲਾਂ 'ਚ ਪੜ੍ਹਾਉਣ ਜਾਂਦੀਆਂ ਉਹ ਉਹਨਾਂ ਦੇ ਘਰਾਂ ਦੇ ਵਿੱਚ ਕੋਈ ਜ਼ਰੂਰਤ ਹੈ ਪਰਿਵਾਰ ਨੂੰ ਪੈਸਿਆਂ ਦੀ, ਤੇ ਤਾਂ ਉਹ ਬੱਚੀਆਂ ਪੜ੍ਹਾਉਣ ਜਾਂਦੀਆਂ ਜਾਂ ਬੱਚੇ ਪੜ੍ਹਾਉਣ ਜਾਂਦੇ ਆ। ਤੇ ਇਸੇ ਕਰਕੇ ਅਸੀਂ ਸਭ ਤੋਂ ਪਹਿਲਾਂ ਪ੍ਰਾਈਵੇਟ ਸਕੂਲਸ ਨੂੰ ਕਿਹਾ, ਔਰ ਆਪਣੇ ਆਰਡਰ ਦੇ ਵਿੱਚ ਵੀ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਜ਼ੋਰਦਾਰ ਤਰੀਕੇ ਨਾਲ ਲਿਖਿਆ
कि कोई भी टीचर की या नॉन टीचिंग बंदे की किसी सैलरी कोई कट्टी नहीं जाऊगी। इस तो इलावा एक सवाल हुणी ऑनलाइन मेरे को उर्वी जी ने भेजे है, जिहदे च क्या है कि टीचर्स की सैलरीज पे नहीं की जा रही। मैं हुणी ये गल का सवाल का जवाब दे के चुके हैं कि थोड़े को डीओज के नंबरस मेरे फेसबुक के उपर आ जाएंगे, हुणी ईमेल थोड़े को आ जाना है। मेरे को बहुत सारे ने ईमेल्स लिखियां सीगियां, उन्होंने उपर आई हैव ऑलरेडी conveyed it to my nodal officers and to my DOs. Action is being initiated against those schools, those who are doing this. ਤੇ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ, ਤੁਹਾਨੂੰ ਕੋਈ ਪ੍ਰੋਬਲਮ ਹੋਵੇ ਤੁਸੀਂ ਆਪਣੇ ਨਾਮ ਤੋਂ ਮੈਨੂੰ ਮੇਲ ਲਿਖੋ। your identity will not be divulged. I will make sure that you will get your salary. ਇਸ ਤੋਂ ਬਾਅਦ ਇੱਕ ਭਾਵਨਾ ਨੇ ਮੈਨੂੰ ਸਵਾਲ ਲਿਖ ਕੇ ਭੇਜਿਆ ਜਿਸ ਲਿਖਿਆ ਸਟੂਡੈਂਟਸ ਨਾਟ ਟੇਕਿੰਗ ਆਨਲਾਈਨ ਕਲਾਸਿਸ ਸੀਰੀਅਸਲੀ। ਬਈ ਮੈਂ ਸਾਰੇ ਬੱਚਿਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਨਾ ਚਾਹੁੰਦਾ, ਇਹ ਜਿਹੜੀਆਂ ਆਨਲਾਈਨ ਕਲਾਸਿਸ ਹੈ ਇਹ ਤੁਹਾਡੇ ਫਾਇਦੇ ਵਾਸਤੇ ਹੈ, ਇਹ ਸਾਡੇ ਭਵਿੱਖ ਵਾਸਤੇ ਹੈ। ਬਹੁਤ ਸਾਰੇ ਬੱਚਿਆਂ ਦੇ ਐਗਜ਼ਾਮਸ ਨਹੀਂ ਹੋਏ, ਇਹ ਨਾ ਖੁਸ਼ੀ ਮਨਾਓ ਕਿ ਐਗਜ਼ਾਮਸ ਨਹੀਂ ਹੋਏ ਤਾਂ ਅਗਲੀ ਕਲਾਸ 'ਚ ਪਹੁੰਚ ਗਏ। ਆਪਾਂ ਅਗਰ ਜ਼ਿੰਦਗੀ ਦੇ ਵਿੱਚ ਕੁਝ ਬਣਨਾ ਹੈ ਤਾਂ ਬਣ ਪਾਵਾਂਗੇ ਜੇ ਆਪਾਂ ਆਪਣੀ ਪੜ੍ਹਾਈ ਨੂੰ ਚੰਗੇ ਤਰੀਕੇ ਨਾਲ ਕਰ ਸਕਾਂਗੇ, ਆਪਣੀ ਮੁੱਢਲੀ ਪੜ੍ਹਾਈ ਨੂੰ ਚੰਗੇ ਤਰੀਕੇ ਨਾਲ ਕਰ ਸਕਾਂਗੇ। ਕਈ ਵਾਰ ਆਪਾਂ ਛੋਟੇ ਕਲਾਸ 'ਚ ਹੁੰਦੇ ਆਪਾਂ ਕਹਿੰਦੇ ਯਾਰ 12ਵੀਂ ਦੀ ਪੜ੍ਹਾਈ ਦੇ ਨੰਬਰ ਕਮ ਆਉਣਗੇ ਤੇ 10ਵੀਂ ਤੇ 8ਵੀਂ 9ਵੀਂ 'ਚ ਘੱਟ ਆ ਜਾਣਗੇ, ਫਰਕ ਨਹੀਂ ਪੈਂਦਾ। ਪਰ ਜੇ ਆਪਾਂ ਕੋਈ ਕੋਰਸ ਪਿਛਲੀਆਂ ਕਲਾਸਾਂ 'ਚੋਂ ਭੁੱਲੇ ਹੋਵਾਂਗੇ ਜਾਂ ਨਹੀਂ ਪੜ੍ਹਿਆ ਹੋਊਗਾ ਤਾਂ 12ਵੀਂ 'ਚ ਜਾ ਕੇ ਵੀ ਉਹ ਪੜ੍ਹਾਈ ਆਉਂਦੀ ਹੋਣੀ। ਤਾਂ ਇਸ ਕਰਕੇ ਮੈਂ ਸਾਰੇ ਬੱਚਿਆਂ ਨੂੰ, ਸਾਰੇ ਬੱਚਿਆਂ ਦੇ ਪੇਰੈਂਟਸ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਆਨਲਾਈਨ ਪੜ੍ਹਾਈ ਨੂੰ ਆਪਾਂ ਜ਼ਿਆਦਾ ਨਾ ਸੋਚੀਏ, ਆਪਾਂ ਆਪਣੀ ਪੜ੍ਹਾਈ ਨੂੰ ਮੁੱਖ ਰੱਖੀਏ ਔਰ ਆਪਾਂ ਨੂੰ ਪੜ੍ਹਨਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਇਸ ਤੋਂ ਬਾਅਦ ਇੱਕ ਕਿਰਨ ਜੀ ਨੇ ਮੈਨੂੰ ਭੇਜਿਆ कि वकेशनस की फीस देनी है कि नहीं, ये गाइडलाइंस का प्रोसैस है। जिस तरह पिछले सालों होंदा सीगा उस तरीके नाल ये वाली गल होगी, क्योंकि असी फी रेगूलेशन एक्ट के बहुत ज़्यादा तब्दीलियां अपने पद्धर पर नहीं कर सकते। तो मैं हुण होर सवाल लैने मेरे वास्ते भी मुश्किल है और मैं पर लेकिन जितने सवालों की गल है कोई परवाह करने की लोड़ नहीं। आई एम ऑलवेज अवेलेबल। जिदन का तुसी मैं थोड़े नाल रूबरू होए हैं, चाहे वो एम्बेसडर्स ऑफ होप प्रोग्राम करके होए हैं ਤੇ ਚਾਹੇ ਜਿੱਦਣ ਦਾ ਲੋਕਡਾਊਨ ਲੱਗਿਆ ਤੇ ਤੁਹਾਡੇ ਸਕੂਲਾਂ ਦੇ ਨਾਲ ਜੁੜੇ ਹੋਏ ਕੋਈ ਮਸਲੇ ਆਏ ਹੈ, ਮੈਂ ਹਮੇਸ਼ਾ ਵੀਡੀਓਜ਼ ਪਾ ਕੇ ਤੁਹਾਨੂੰ ਆਪਣੇ ਆਪ ਨੂੰ ਆਨਲਾਈਨ ਅਵੇਲੇਬਲ ਰੱਖਿਆ ਔਰ ਮੈਂ ਤੁਹਾਨੂੰ ਇਹ ਗੱਲ ਦਾ ਵਾਅਦਾ ਕਰਦਾ ਆਈ ਵਿਲ ਬੀ ਆਲਵੇਜ਼ ਅਵੇਲੇਬਲ ਟੂ ਯੂ ਵੇਅਰਐਵਰ ਆਈ ਐਮ। ਔਰ ਮੇਰਾ ਇੱਕੋ ਹੀ ਪੈਸ਼ਨ ਹੈ ਕਿ ਮੈਂ ਆਪਣੇ ਲੋਕਾਂ ਦੀ ਜਿੰਨੀ ਮਦਦ ਕਰ ਸਕਾਂ ਮੈਂ ਉਨੀ ਮਦਦ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦਾ ਵਿਦ ਮਾਈ ਬੈਸਟ ਇੰਟੈਂਸ਼ਨ। ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਚਾਹੇ ਮੈਂ ਰਾਤ ਨੂੰ 11 ਵਜੇ ਈਮੇਲ ਦੇ ਉੱਪਰ ਆ ਕੇ ਉਸ ਨੂੰ ਬੰਦ ਕਰਾਂ, ਤੁਹਾਨੂੰ ਈਮੇਲਸ ਰਿਪਲਾਈ ਕਰਾਂ, ਚਾਹੇ 12 ਵਜੇ ਕਰਾਂ, ਚਾਹੇ 2 ਵਜੇ ਕਰਾਂ। ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਆਈ ਸ਼ੁੱਡ ਟਰਾਈ ਐਂਡ ਫਿਨਿਸ਼ ਮਾਈ ਵਰਕ ਐਂਡ ਟਰਾਈ ਐਂਡ ਫਿਨਿਸ਼ ਅਪ ਮਾਈ ਵਰਕ ਫॉर योर बेस्ट विंग। ਤੇ ਮੈਂ ਹੁਣ ਸਾਰਿਆਂ ਨੂੰ ਹੱਥ ਜੋੜ ਕੇ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ, ਅਪੀਲ ਕਰਨਾ ਚਾਹੁੰਦਾ, ਕਰੋਨਾ ਦੀ ਮਹਾਮਾਰੀ ਨੂੰ ਦੇਖਦੇ ਹੋਏ, ਕਰੋਨਾ ਦੀ ਇਸ ਪੈਂਡੇਮਿਕ ਸਿਚੁਏਸ਼ਨ ਨੂੰ ਦੇਖਦੇ ਹੋਏ we will all stand by each other. We will all stand by each other means we will all stand by the government order, and I am quite sure that you will support me. You will support the government. You will support my Chief Minister Captain Amarinder Singh Ji, whose vision, whose thought process has been widely appreciated across the globe, and I am quite sure that you are going to you support us in these unprecedented times. You will support by us, stand by us, और मैनू पूरा विश्वास है कि तुसी सारे इस गल दे विच मेरा साथ दोगे। और मैं ज़्यादा कुछ ना कहता होया स्टूडेंट्स नूं मैं ये गल जरूर कहना चाहुंदा कि तुसी अपनी जिहड़ी तुहाडी पढ़ाई नाल जुड़ी हुई तुहाडी गल है उस नूं बहुत सीरियसली तुसी लैना है। अपने पेरेंट्स नाल तुसी कोऑपरेट करना है, पेरेंट्स ते तुसी सहयोग दे विच तुसी हमेशा पेरेंट्स की गल नूं मनना है, इज्जत करनी है। जो कोई पेरेंट्स कई बार आप वड्डे हो जाते हैं ना तो सानूं लगता कि पेरेंट्स साडे पेरेंट्स चंगी गल नहीं कर रहे, तो ਆਪਾਂ ਉਹਨਾਂ ਦੀ ਗੱਲ ਮੰਨਣੀ ਘੱਟ ਕਰ ਦਿੰਦੇ। ਕਈ ਵਾਰ ਸਾਨੂੰ ਲੱਗਣ ਲੱਗ ਜਾਂਦਾ ਕਿ ਅਸੀਂ ਜ਼ਿਆਦਾ ਸਿਆਣੇ ਹੋ ਗਏ, ਬਟ ਆਵਰ ਪੇਰੈਂਟਸ ਆਰ ਆਵਰ ਪੇਰੈਂਟਸ, ਦੇ ਹੈਵ ਵੇਅਰਐਵਰ ਵੀ ਆਰ ਟੂਡੇ ਇਜ਼ ਬਿਕੋਜ਼ ਆਫ ਦੈਮ। ਅਤੇ ਇਹ ਗੱਲਾਂ ਨੂੰ ਅਗਰ ਅਸੀਂ ਆਪਣੇ ਮਨ 'ਚ ਰੱਖਾਂਗੇ, ਆਪਣੇ ਧਿਆਨ 'ਚ ਰੱਖਾਂਗੇ, ਆਪਣੇ ਪੇਰੈਂਟਸ ਦੀ ਗੱਲ ਨੂੰ ਮੰਨਦੇ ਰਹਾਂਗੇ, ਉਹ ਸਾਨੂੰ ਹਰ ਸਿਚੁਏਸ਼ਨ 'ਚੋਂ ਬਾਹਰ ਕੱਢਣ ਵਾਸਤੇ ਹਮੇਸ਼ਾ ਪੈਰਾਂ ਦੇ ਭਾਰ ਸਾਡੇ ਵਾਸਤੇ ਖੜੇ ਰਹਿੰਦੇ ਹੈ, ਚਾਹੇ ਜਿਹੋ ਜਿਹੀ ਮਰਜ਼ੀ ਸਿਚੁਏਸ਼ਨ ਹੋਵੇ। ਜਿੱਥੇ ਤੱਕ ਟੀਚਰਸ ਦੀ ਗੱਲ ਹੈ, ਨੋਨ ਟੀਚਿੰਗ ਸਟਾਫ ਦੀ ਗੱਲ ਹੈ, ਮੈਂ ਤੁਹਾਨੂੰ ਸਿਰਫ ਇਹ ਕਹਿਣਾ ਚਾਹੁੰਦਾ, ਮੈਂ ਹਮੇਸ਼ਾ ਤੁਹਾਡੇ ਨਾਲ, ਸਾਰਿਆਂ ਦੇ ਨਾਲ ਹੈ। ਮੈਂ ਇਹ ਨਹੀਂ ਕਿ ਮੈਂ ਇਕੱਲੇ ਕੋਈ ਇੱਕ ਸੈਕਸ਼ਨ ਦੇ ਨਾਲ ਹੈ। ਆਈ ਐਮ ਵਿਦ ਆਲ, ਆਈ ਐਮ ਵਿਦ ਐਵਰੀਬਡੀ, ਬਟ ਯੂ ਆਪਾਂ ਇਹ ਸਾਰੇ ਡਿਫਿਕਲਟ ਟਾਈਮਸ ਦੇ ਵਿੱਚ ਆਪਾਂ ਸਾਰਿਆਂ ਨੇ ਇਕੱਠੇ ਰਹਿਣਾ ਹੈ,
ਇਕੱਠੇ ਸਹਿਯੋਗ ਕਰਨਾ। ਵੀ ਆਲ ਹੈਵ ਟੂ ਕੋਆਪਰੇਟ ਵਿਦ ਈਚ ਅਦਰ। ਅੰਤ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ, ਕਿਸੇ ਨੂੰ ਕੋਈ ਤਕਲੀਫ ਹੈ, ਮੇਰੇ ਨੋਡਲ ਆਫਿਸਰਸ ਦੇ ਈਮੇਲ ਆਈਡੀਜ਼ ਪਬਲਿਕ ਡੋਮੇਨ ਦੇ ਵਿੱਚ ਆ ਰਹੇ ਆ ਤੁਹਾਡੇ ਕੋਲ, ਉਹਨਾਂ ਦੇ ਉੱਪਰ ਕਰੋ। ਤੁਸੀਂ ਉਸ ਈਮੇਲ ਨੂੰ ਸੀਸੀ ਮੈਨੂੰ ਵੀ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਵੀ ਕਰੋ, ਜੇ ਤੁਹਾਨੂੰ ਲੱਗੇ ਕਿ ਤੁਹਾਨੂੰ ਕੋਈ ਪ੍ਰੋਬਲਮ ਹੈ ਔਰ ਤੁਹਾਡੇ ਕੋਈ ਵੀ ਗੱਲ ਹੈ ਤੇ ਤੁਸੀਂ ਮੇਰੇ ਈਮੇਲ ਆਈਡੀ ਤੇ ਭੇਜ ਸਕਦੇ ਹੋ, ਮੈਨੂੰ ਫੋਨ ਕਰ ਸਕਦੇ ਹੋ, ਕੋਈ ਇਸ਼ੂ ਨਹੀਂ ਹੈ। ਆਈ ਐਮ ਆਲਵੇਜ਼ ਅਵੇਲੇਬਲ ਫॉर ਯੂ। ਮੇਰਾ ਇੱਕੋ ਹੀ ਥਾਟ ਹੈ ਦੈਟ ਆਪਾਂ ਸਾਰੇ ਮਿਲ ਕੇ ਕਰਾਂਗੇ। ਔਰ ਮੈਨੂੰ ਪਤਾ ਸਾਰੇ ਬੰਦੇ, ਬਹੁਤ ਸਾਰੇ ਮੇਰੇ ਪਿਆਰੇ ਬੱਚੇ ਜਿਨ੍ਹਾਂ ਬਾਰੇ ਮੈਂ ਪਹਿਲਾਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਉਹਨਾਂ ਨੇ ਬੜੇ ਹੌਸਲੇ ਨਾਲ ਐਂਬੈਸਡਰਸ ਆਫ ਹੋਪ ਦੇ ਵਿੱਚ ਪਾਰਟਿਸਿਪੇਟ ਕੀਤਾ। ਇੱਕ ਗੱਲ ਮੈਂ ਤੁਹਾਨੂੰ ਬੱਚੋ ਕਹਿਣਾ ਚਾਹੁੰਦਾ, ਤੁਹਾਡੇ ਸਾਰਿਆਂ ਦੀ ਪਾਰਟਿਸਿਪੇਸ਼ਨ ਕਰਕੇ, ਤੁਹਾਡੇ ਪੇਰੈਂਟਸ ਦੇ ਸਹਿਯੋਗ ਕਰਕੇ, ਤੁਹਾਡੇ ਟੀਚਰਸ ਤੇ ਤੁਹਾਡੀ ਮੈਨੇਜਮੈਂਟਸ ਤੇ ਤੁਹਾਡੇ ਪ੍ਰਿੰਸੀਪਲਸ ਦੀ ਸਪੋਰਟ ਕਰਕੇ, ਪ੍ਰਾਈਵੇਟ ਸਕੂਲਸ ਤੇ ਗਵਰਨਮੈਂਟ ਸਕੂਲਸ ਦੇ ਸਾਰੇ ਸਿੱਖਿਆ ਵਿਭਾਗ ਦੇ ਸਾਡੇ ਮਿਹਨਤੀ ਟੀਚਰ ਸਾਹਿਬਾਨ ਤੇ ਆਫਿਸਰਸ ਤੇ ਮੈਂਬਰ ਸਾਹਿਬਾਨਾਂ ਦੇ ਸਹਿਯੋਗ ਕਰਕੇ ਆਪਾਂ ਐਂਬੈਸਡਰਸ ਆਫ ਹੋਪ ਨੂੰ ਵਰਲਡ ਰਿਕਾਰਡ ਦਾ ਖਿਤਾਬ ਦਵਾ ਸਕੇ ਹਾਂ। ਤਾਂ ਤੁਸੀਂ ਪੰਜਾਬ ਨੂੰ ਪ੍ਰਾਊਡ ਫੀਲ ਕਰਾਇਆ ਹੈ ਔਰ ਮੈਨੂੰ ਪਤਾ ਤੁਸੀਂ ਉਸ ਰਿਜ਼ਲਟਸ ਦੀ ਵੇਟ ਕਰ ਰਹੇ ਹੋ। ਮੈਂ ਤੁਹਾਨੂੰ ਇੱਕ ਵਾਅਦਾ ਕਰਦਾ, 1,05,000 ਵੀਡੀਓਜ਼ ਆਏ ਸੀ, ਮੈਂ ਤੁਹਾਨੂੰ ਪਹਿਲਾਂ ਕਿਹਾ 55,000 ਵੀਡੀਓਜ਼ ਮੈਂ ਤੇ ਮੇਰੀ ਟੀਮ ਦੇਖ ਚੁੱਕੇ ਹਾਂ ਔਰ ਬਾਕੀ ਦੇ ਰਹਿ ਗਏ 50,000 ਵੀਡੀਓਜ਼ ਰਹਿ ਗਏ ਤੇ 5-7 ਦਿਨ ਦਾ ਵਕਤ ਰਹਿ ਗਿਆ। ਮੈਂ ਤੁਹਾਨੂੰ ਕਿਹਾ ਸੀ 26 ਤਰੀਕ ਤੋਂ ਲੈ ਕੇ 30 ਤਰੀਕ ਦੇ ਵਿੱਚ ਮੈਂ ਰਿਜ਼ਲਟਸ ਅਨਾਉਂਸ ਕਰਾਂਗਾ ਔਰ ਮੈਂ ਹੁਣੀ ਗੱਲ ਸੋਚੀ ਹੈ ਕਿ ਸਾਡੇ ਸਾਰੇ ਜ਼ਿਲ੍ਹਿਆਂ ਦੇ ਬੱਚਿਆਂ ਦੇ ਰਿਜ਼ਲਟਸ ਅਨਾਉਂਸ ਹੋਣ ਤੇ ਉਹਨਾਂ ਦੀ ਕਾਬਲੀਅਤ ਤੇ ਉਹਨਾਂ ਦਾ ਹੁਨਰ ਨਿਕਲ ਕੇ ਬਾਹਰ ਆਉਂਦਾ ਰਹੇ ਤਾਂ 26 ਤਰੀਕ ਨੂੰ ਜਾਂ 27 ਤਰੀਕ ਨੂੰ ਅਸੀਂ ਪਹਿਲਾ ਜ਼ਿਲ੍ਹਾ ਅਨਾਉਂਸ ਕਰਾਂਗੇ। ਹਰ ਰੋਜ਼ ਇੱਕ ਜ਼ਿਲ੍ਹੇ ਦੇ ਬੱਚਿਆਂ ਦੇ ਅਸੀਂ ਰਿਜ਼ਲਟਸ ਨੂੰ ਅਨਾਉਂਸ ਕਰਦੇ ਰਹਾਂਗੇ ਤਾਂ ਕਿ ਅਸੀਂ ਸਾਰੇ ਬੱਚਿਆਂ ਨੂੰ ਸਨਮਾਨ ਕਰ ਸਕੀਏ। ਔਰ ਇਸ ਤੋਂ ਇਲਾਵਾ ਮੈਂ ਇੱਕ ਗੱਲ ਹੋਰ ਤੁਹਾਨੂੰ ਸਾਰੇ ਬੱਚਿਆਂ ਨੂੰ ਕਹਿਣਾ ਚਾਹੁੰਦਾ, ਕਿਉਂਕਿ ਇੰਨੀਆਂ ਪਿਆਰੀਆਂ ਵੀਡੀਓਜ਼ ਹੈ, ਇੰਨੀਆਂ ਸੋਹਣੀਆਂ ਵੀਡੀਓਜ਼ ਹੈ। ਮੈਂ ਪਹਿਲਾਂ ਕੋਈ ਕੌਂਸੋਲੇਸ਼ਨ ਪ੍ਰਾਈਜ਼ ਨਹੀਂ ਰੱਖਿਆ, ਫਿਰ ਮੈਂ 50 ਕੌਂਸੋਲੇਸ਼ਨ ਪ੍ਰਾਈਜ਼ ਰੱਖੇ, ਫਿਰ ਮੈਂ 100 ਕੌਂਸੋਲੇਸ਼ਨ ਪ੍ਰਾਈਜ਼ ਰੱਖੇ। ਹੁਣ ਵੀਡੀਓਜ਼ ਇੰਨੀਆਂ ਸੋਹਣੀਆਂ, ਜਿਹੜੇ ਵੱਡੇ ਪ੍ਰਾਈਜ਼ ਹੈ ਉਹ ਤਾਂ ਮੈਂ ਨਹੀਂ ਵਧਾਏ, ਉਹ ਤਾਂ 66 ਦੇ 66 ਹੀ ਹੈ। ਜਿਹੜੇ ਜ਼ਿਲ੍ਹੇ 'ਚੋਂ ਹਰ ਬੱਚਾ ਫਸਟ ਸੈਕਿੰਡ ਥਰਡ ਪੋਜੀਸ਼ਨ ਤੇ ਆਊਗਾ ਉਹ ਸਾਰੇ ਬੱਚਿਆਂ ਨੂੰ 66 ਦੇ 66 ਬੱਚਿਆਂ ਨੂੰ ਹਰ ਜ਼ਿਲ੍ਹੇ 'ਚ 3 ਪ੍ਰਾਈਜ਼ ਜਿਹੜੇ ਬੱਚਿਆਂ ਨੂੰ ਦੇਣੇ ਆ ਉਹ ਉਵੇਂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਮੈਂ ਕੌਂਸੋਲੇਸ਼ਨ ਪ੍ਰਾਈਜ਼ਸ ਨੂੰ 100 ਤੋਂ ਵਧਾ ਕੇ 1000 ਕੌਂਸੋਲੇਸ਼ਨ ਪ੍ਰਾਈਜ਼ ਅੱਜ ਐਂਬੈਸਡਰਸ ਆਫ ਹੋਪ ਦਾ ਮੈਂ ਅਨਾਉਂਸ ਕਰ ਰਿਹਾ, ਕਿਉਂਕਿ ਇੰਨੇ ਸੋਹਣੇ ਤੇ ਇੰਨੇ ਚੰਗੇ ਵੀਡੀਓਜ਼ ਹੈ। ਮੇਰਾ ਜੀ ਨਹੀਂ ਕਰਦਾ, ਹਰ ਬੱਚਾ ਮੈਨੂੰ ਇਹ ਲੱਗਦਾ ਕਿ ਮੇਰਾ ਆਪਣਾ ਬੱਚਾ ਹੈ ਔਰ ਮੈਨੂੰ ਹਰ ਆਪਣੇ ਬੱਚੇ ਦਾ ਇਹ ਲੱਗਦਾ ਕਿ ਇੰਨਾ ਸੋਹਣਾ ਵੀਡੀਓ ਹੈ ਔਰ ਉਹਦੇ ਇੰਨਾ, ਕਿਉਂਕਿ ਹਰ ਮਾਂ-ਬਾਪ ਨੇ, ਹਰ ਬੱਚੇ ਨੇ ਬਹੁਤ ਸੋਹਣਾ ਪਰਫਾਰਮ ਕੀਤਾ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਪਾਂ ਐਸੇ ਕੈਂਪੇਨਸ ਨੂੰ ਚਲਾਉਂਦੇ ਰਹਾਂਗੇ ਜਿਸ ਬੱਚਿਆਂ ਦੀ ਟੈਲੈਂਟ ਬਾਹਰ ਆਉਂਦੀ ਰਹੇ, ਬੱਚੇ ਬਾਹਰ ਆ ਕੇ ਮਜ਼ਬੂਤੀ ਨਾਲ ਕਰਦੇ ਰਹਿਣ। ਔਰ ਮੈਨੂੰ ਪੂਰਾ ਇਹੀ ਕਹਿਣਾ ਚਾਹੁੰਦਾ ਪ੍ਰਮਾਤਮਾ ਨੂੰ ਕਿ ਬੱਚਿਆਂ ਨੂੰ ਸੁਖ ਸ਼ਾਂਤੀ ਰੱਖਿਓ। ਗॉड ਬਲੈਸ ਯੂ, ਸਟੇ ਸੇਫ, ਸਟੇ ਬਲੈਸਡ। ਸਤਿ ਸ਼੍ਰੀ ਅਕਾਲ, ਨਮਸਕਾਰ, ਜੈ ਹਿੰਦ, ਜੈ ਭਾਰਤ।